doctors and Kitchener Funeral Home. देख रहे हो चैनल पंजाबी ਅਤੇ ਅਸੀਂ ਹਾਜ਼ਰ ਹਾਂ ਅੱਜ ਦਾ ਡੇਟਲਾਈਨ ਟੋਰਾਂਟੋ ਸ਼ੋਅ ਲੈ ਕੇ। ਤੁਸੀਂ ਇਸ ਸ਼ੋਅ ਨੂੰ ਗਲੋਬਲ ਪੰਜਾਬ ਚੈਨਲ ਤੇ ਵੀ ਦੇਖ ਰਹੇ ਹੋ। ਇਸ ਤੋਂ ਇਲਾਵਾ ਚੈਨਲ ਪੰਜਾਬੀ ਅਤੇ ਗਲੋਬਲ ਪੰਜਾਬ ਚੈਨਲ ਦੇ ਫੇਸਬੁੱਕ ਪੇਜ ਤੇ ਵੀ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਦੇਖਿਆ ਜਾ ਸਕਦਾ ਹੈ। ਸੋ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਕਿ ਹਰੇਕ ਬੁੱਧਵਾਰ ਨੂੰ ਅਸੀਂ ਨਵੇਂ ਮਹਿਮਾਨ ਤੇ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੁੰਨੇ ਆ। ਇਸੇ ਲੜੀ ਦੇ ਵਿੱਚ ਜੇ ਬੈਂਕਿੰਗ ਸਿਸਟਮ ਦੀ ਗੱਲ ਕਰੀਏ, ਕੈਨੇਡਾ ਦੇ ਵਿੱਚ ਬਹੁਤ ਸਾਰੇ ਨਵੇਂ ਇਮੀਗ੍ਰੈਂਟਸ ਆਉਂਦੇ ਆ। ਉਹਨਾਂ ਨੂੰ ਆਉਣ ਸਾਰ ਸਭ ਤੋਂ ਪਹਿਲਾਂ ਜਿਵੇਂ ਆਪਾਂ ਜਿਹੜੀ ਮੁੱਖ ਧਾਰਨਾ ਜਿਹੜੀ ਕੈਨੇਡਾ ਦੇ ਵਿੱਚ ਪਾਈ ਜਾਂਦੀ ਕਿ ਇੱਕ ਲਾਇਸੈਂਸ ਤੇ ਦੂਜਾ ਤੁਹਾਡਾ ਕ੍ਰੈਡਿਟ। ਜੇ ਇਹ ਵਧੀਆ ਤਾਂ ਤੁਹਾਡੀ ਕੈਨੇਡੀਅਨ ਸਿਸਟਮ ਦੇ ਵਿੱਚ ਤੁਹਾਡਾ ਇੱਕ ਕਰੈਕਟਰ ਬਣ ਜਾਂਦਾ। ਉਹ ਕਰੈਕਟਰ ਬਣਾਉਣ ਦੇ ਲਈ ਜਿਹੜਾ ਕ੍ਰੈਡਿਟ ਹੈ ਨਾ ਬੈਂਕ ਦੇ ਵਿੱਚ, ਉਹ ਸਭ ਤੋਂ ਮਹੱਤਵਪੂਰਨ ਹੈ। ਤੇ ਅੱਜ ਅਸੀਂ ਉਸੇ ਬਾਰੇ ਹੀ ਚਰਚਾ ਕਰਾਂਗੇ ਵੀ ਜੇ ਕੈਨੇਡਾ ਦੇ ਵਿੱਚ ਕੈਨੇਡੀਅਨ ਸਿਸਟਮ ਦੇ ਵਿੱਚ ਰਹਿਣ ਦੇ ਲਈ ਜਿਹੜੇ ਨਵੇਂ ਇਮੀਗ੍ਰੈਂਟਸ ਆ ਰਹੇ ਆ, ਚਾਹੇ ਉਹ ਸਟੂਡੈਂਟਸ ਆ ਰਹੇ ਆ ਤੇ ਚਾਹੇ ਉਹ ਕਿਸੇ ਵੀ ਕੈਟਾਗਰੀ ਦੇ ਵਿੱਚ ਕੈਨੇਡਾ ਪਹੁੰਚ ਰਹੇ ਆ, ਤਾਂ ਉਹਨਾਂ ਨੂੰ ਬੈਂਕਿੰਗ ਸਿਸਟਮ ਦੇ ਵਿੱਚ ਜਿਹੜਾ ਲੈਣ ਦੇਣ ਆ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਖਰਾ ਬਣਾਇਆ ਜਾ ਸਕਦਾ ਹੈ, ਕਿਹੜੀਆਂ-ਕਿਹੜੀਆਂ ਸੇਵਾਵਾਂ ਇੱਥੇ ਉਪਲਬਧ ਆ। ਕਈ ਵਾਰੀ 5-5 ਸਾਲ 7-7 ਸਾਲ ਲੰਘ ਜਾਂਦੇ ਆ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ RESP ਕੀ ਆ, RRSP ਕੀ ਹੈ, ਚੈਕਿੰਗ ਅਕਾਊਂਟ ਕਿਹੜਾ ਤੇ ਸੇਵਿੰਗ ਅਕਾਊਂਟ ਕਿਹੜਾ। ਕਈ ਵਾਰੀ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਫਸੇ ਰਹਿ ਜਾਂਦੇ ਆ। ਸੋ ਇਸੇ ਬਾਰੇ ਜਾਣਕਾਰੀ ਦੇਣ ਦੇ ਲਈ ਸਾਡੇ ਕੋਲੇ SBI ਕੈਨੇਡਾ ਬੈਂਕ ਤੋਂ ਅਨੁਜ ਵੋਰਾ ਆਇਆ, ਜੋ ਕਿ ਵਾਈਸ ਪ੍ਰੈਜ਼ੀਡੈਂਟ ਹੈ ਤੇ ਨਾਲ ਉਹ ਬ੍ਰਾਂਚ ਹੈਡ ਹੈ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ। ਸੋ ਅਨੁਜ ਜੀ, ਜਿਵੇਂ ਮੈਂ ਦੱਸਿਆ ਕਿ ਜੇ ਆਪਾਂ ਬੈਂਕਿੰਗ ਸਿਸਟਮ ਦੀ ਗੱਲ ਕਰੀਏ ਤੇ ਨਾਲ ਆਪਾਂ SBI ਕੈਨੇਡਾ ਬੈਂਕ ਬਾਰੇ ਵੀ ਚਰਚਾ ਕਰਾਂਗੇ। ਬਹੁਤ ਸਾਰੇ ਨਵੇਂ ਇਮੀਗ੍ਰੈਂਟਸ ਆਉਂਦੇ ਆ। ਹਾਂਜੀ, ਤੁਸੀਂ ਮੈਂ ਸਾਰੇ ਅਸੀਂ ਇਦਾਂ ਹੀ। ਹਾਂਜੀ, ਬਿਲਕੁਲ ਠੀਕ ਹੈ। ਸਾਡਾ ਭਾਈਚਾਰਾ ਕਈ ਵਾਰੀ ਇਸ ਤਰ੍ਹਾਂ ਉਲਝਿਆ ਰਹਿ ਜਾਂਦਾ ਕਿ ਕਈ ਵਾਰੀ ਨਿੱਕੀਆਂ ਗੱਲਾਂ ਉਹਨਾਂ ਨੂੰ ਨਹੀਂ ਸਮਝ ਆਉਂਦੀਆਂ, ਜਾਂ ਇਹ ਕਹਿ ਲਓ ਕਿ ਬੈਂਕਿੰਗ ਸਿਸਟਮ ਦੀਆਂ ਜਿਹੜੀਆਂ ਬਰੀਕੀਆਂ ਸਾਨੂੰ ਸਮਝ ਨਹੀਂ ਆਉਂਦੀਆਂ। ਅੱਜ ਅਸੀਂ ਇਹਦੇ ਬਾਰੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਮੈਂ ਇਹੀ ਜਾਣਨਾ ਚਾਹਣਾ ਵੀ ਜਿਹੜਾ SBI ਬੈਂਕ ਕੈਨੇਡਾ ਬੈਂਕ ਦੇ ਤੌਰ ਤੇ ਆਪਾਂ ਇਹਨੂੰ ਦੇਖਦੇ ਹਾਂ ਕਿ ਇਹ ਕੈਨੇਡੀਅਨ ਸਿਸਟਮ ਦੇ ਵਿੱਚ ਜਾਂ ਇਹ ਉਪਜਿਆ ਜਾਂ ਇਹ ਇੰਡੀਅਨ ਸਿਸਟਮ ਦੇ ਵਿੱਚੋਂ ਨਿਕਲ ਕੇ ਆਇਆ। ਬਹੁਤ ਸੋਹਣਾ ਸਵਾਲ ਹੈ ਰਮਨ ਜੀ। SBI ਬਾਰੇ ਤਕਰੀਬਨ ਹਰ ਹਿੰਦੁਸਤਾਨੀ ਨੂੰ ਪਤਾ ਹੈ ਕਿ SBI ਕੀ ਹੈ। SBI ਦਾ ਫੁੱਲ ਫਾਰਮ ਹੈ ਸਟੇਟ ਬੈਂਕ ਆਫ ਇੰਡੀਆ। SBI ਕੈਨੇਡਾ ਬੈਂਕ SBI ਇੰਡੀਆ ਦੀ ਇੱਕ ਸਬਸਿਡਰੀ ਹੈ ਜੀ। ਸਬਸਿਡਰੀ ਮਤਲਬ SBI ਇੰਡੀਆ ਇਸ ਬੈਂਕ ਦਾ ਪੂਰਾ ਮਾਲਿਕ ਹੈ। ਕੈਨੇਡੀਅਨ ਰੈਗੂਲੇਸ਼ਨਸ ਦੇ ਅਨੁਸਾਰ ਇੱਥੇ ਜੇ ਸਾਨੂੰ ਬੈਂਕਿੰਗ ਫੈਸਿਲਿਟੀਜ਼ ਦੇਣੀ ਹੈ, ਕੈਨੇਡੀਅਨ ਨੂੰ ਸਰਵਿਸਿਜ਼ ਪ੍ਰੋਵਾਈਡ ਕਰਨੇ ਨੇ, ਤੇ ਉਹਦੇ 'ਚ ਕੈਨੇਡੀਅਨ ਬੈਂਕ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਕੈਨੇਡਾ ਦੇ ਅੰਦਰ ਸ਼ਡਿਊਲ 2 ਬੈਂਕ ਕਹਿਲਾਨੇ ਆ। ਇਟ ਇਜ਼ ਨੋਨ ਐਜ਼, ਇਹਦਾ ਨਾਂ ਹੈ ਫਿਰ SBI ਕੈਨੇਡਾ ਬੈਂਕ। ਸਾਰੀ ਸਰਵਿਸਿਜ਼ ਜਿਹੜੀ ਕੈਨੇਡਾ ਦੇ ਅੰਦਰ ਕੋਈ ਵੀ ਬੈਂਕ ਪ੍ਰੋਵਾਈਡ ਕਰ ਸਕਦਾ ਹੈ, ਤਕਰੀਬਨ ਉਹ ਸਾਰੀ ਸਰਵਿਸਿਜ਼ ਸਾਡੇ ਕੋਲ ਅਵੇਲੇਬਲ ਨੇ। ਅਸੀਂ ਨਿਊ ਕਮਰਸ, ਨਿਊ ਇਮੀਗ੍ਰੈਂਟ ਨੂੰ ਵੈਲਕਮ ਕਰਨੇ ਆ, ਤੇ ਜਿਹੜੇ 올ਡ ਕੈਨੇਡੀਅਨਸ ਨੇ, ਫਸਟ ਜਨਰੇਸ਼ਨ ਕੈਨੇਡੀਅਨ, ਸੈਕੰਡ ਜਨਰੇਸ਼ਨ ਕੈਨੇਡੀਅਨ, ਉਹਨਾਂ ਨੂੰ ਵੀ ਸਵਾਗਤ ਕਰਨੇ ਆ। ਉਹ ਵੀ ਸਾਡੇ ਕੋਲ ਅਕਾਊਂਟ ਰੱਖਨੇ ਆ, ਕਿਉਂਕਿ ਉਹਨਾਂ ਨੂੰ ਫਰਕ ਪਤਾ ਲੱਗਦਾ ਹੈ ਕਿ ਇੱਕ ਵੱਡੇ ਕੈਨੇਡੀਅਨ ਬੈਂਕ 'ਚ ਅਕਾਊਂਟ ਰੱਖਣ ਦਾ ਤੇ ਸਾਡੇ ਕੋਲ SBI ਦੀ ਸਟਰੈਂਥ ਦੇ ਨਾਲ SBI ਕੈਨੇਡਾ ਦੇ ਬੈਂਕ ਦੇ ਅੰਦਰ ਅਕਾਊਂਟ ਰੱਖਣ ਦਾ ਕੀ ਫਰਕ ਹੈ। ਉਹ ਉਹਨਾਂ ਨੂੰ ਫਰਕ ਜਦੋਂ ਪਤਾ ਲੱਗਦਾ ਹੈ ਤੇ ਫਿਰ ਉਹ ਅੱਗੇ ਬੈਂਕਿੰਗ ਕਰਦੇ ਨੇ, ਤਾਂ ਉਹਨਾਂ ਨੂੰ ਇਸ ਚੀਜ਼ ਦਾ ਲਾਭ ਹੁੰਦਾ ਹੈ। ਅਨੁਜ ਜੀ, ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਜੇ ਆਪਾਂ SBI ਦੀ ਗੱਲ ਕਰੀਏ, SBI ਕੈਨੇਡਾ ਬੈਂਕ ਹੈ, ਕਿਉਂਕਿ ਪਿੱਛੇ ਕੈਨੇਡਾ ਬੈਂਕ ਲੱਗ ਗਿਆ, ਇਹਦਾ ਮਤਲਬ ਇਹ ਹੈ ਵੀ ਕੈਨੇਡੀਅਨ ਸਿਸਟਮ ਦੇ ਵਿੱਚ ਹੀ ਹੈ। ਹਾਂਜੀ। ਤੇ ਇਹ ਜਦੋਂ ਤੁਹਾਡੇ ਕੋਲੇ ਨਵੇਂ ਆਏ ਇਮੀਗ੍ਰੈਂਟਸ ਆਉਂਦੇ ਆ, ਜਾਂ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਗਾਈਡ ਕਰਦੇ? ਕਿਉਂਕਿ ਮੈਂ ਇਹ ਬਹੁਤ ਸੁਣਿਆ ਤੁਹਾਡੇ ਬਾਰੇ ਖਾਸ ਕਰਕੇ ਕਿ ਵੀ ਤੁਹਾਡੇ ਬ੍ਰਾਂਚ ਦੇ ਵਿੱਚ ਬਹੁਤ ਸਾਰੇ ਜਿਹੜੇ ਨਵੇਂ ਇਮੀਗ੍ਰੈਂਟਸ ਆਉਂਦੇ, ਚਾਹੇ ਸਟੂਡੈਂਟਸ ਹੋਣ ਜਾਂ ਕੋਈ ਵੀ ਆਉਂਦਾ, ਤੁਸੀਂ ਬਹੁਤ ਸੋਹਣਾ ਤਰੀਕੇ ਨਾਲ ਗਾਈਡ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਆਪਣੇ ਜਿਹੜੇ ਅਕਾਊਂਟਸ ਹੈ, ਜਾਂ ਜਿਹੜੇ ਤੁਸੀਂ ਅੱਜ ਅਕਾਊਂਟ ਖੋਲ ਰਹੇ ਆ, ਕ੍ਰੈਡਿਟ ਕਾਰਡ ਜਿਹੜਾ ਤੁਹਾਨੂੰ ਮਿਲਿਆ, ਕਿਸ ਤਰੀਕੇ ਨਾਲ ਯੂਜ਼ ਕਰਨਾ ਤੇ ਕੀ ਉਹਦੇ ਤੁਹਾਨੂੰ ਫਾਇਦੇ ਹੋ ਸਕਦੇ ਤੇ ਕੀ ਨੁਕਸਾਨ ਹੋ ਸਕਦੇ ਜੇ ਤੁਸੀਂ ਉਹਨਾਂ ਨੂੰ ਚੀਜ਼ਾਂ ਨੂੰ ਨਹੀਂ ਫੋਲੋ ਕਰੋਗੇ। ਇੱਕ ਦੋ ਪੁਆਇੰਟ ਜ਼ਰੂਰ ਸ਼ੇਅਰ ਕਰੋ ਕਿ ਕਿਹੜੀਆਂ ਚੀਜ਼ਾਂ ਬੇਸਿਕ ਹੁੰਦੀਆਂ ਨੇ ਜਦੋਂ ਕੋਈ ਨਵਾਂ ਇੱਥੇ ਕੈਨੇਡਾ ਦੇ ਵਿੱਚ ਆਉਂਦਾ ਹੈ। ਤੇ ਸਭ ਤੋਂ ਪਹਿਲਾਂ ਸਿਨ ਕਾਰਡ ਅਪਲਾਈ ਕਰਨ ਤੋਂ ਬਾਅਦ ਸਿੱਧਾ ਬੈਂਕ ਦੇ ਵਿੱਚ ਜਾਂਦਾ ਵੀ ਅਸੀਂ ਅਕਾਊਂਟ ਵੀ ਖੁਲਾ ਲਈਏ। ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਬਿਲਕੁਲ ਰਮਨ ਜੀ, ਗੱਲਾਂ 2-3 ਗੱਲਾਂ ਨੂੰ ਮੈਂ ਪ੍ਰਕਾਸ਼ ਦੇਵਾਂਗਾ। ਇਹਦੇ 'ਚ ਸਭ ਤੋਂ ਪਹਿਲੀ ਗੱਲ ਹੈ ਕੈਟੇਗਰੀ ਆਫ ਨਿਊ ਕਮਰ। 2 ਮੇਨ ਕੈਟੇਗਰੀਜ਼ ਹੈਗੇ ਨਿਊ ਕਮਰਸ ਨੇ। ਪਹਿਲੀ ਕੈਟੇਗਰੀ ਹੈ ਸਟੂਡੈਂਟਸ ਦੀ, ਜਿਨ੍ਹਾਂ ਦਾ ਕਾਫੀ ਫਲੋ ਹੈ, ਅੱਜਕੱਲ ਸੀਜ਼ਨ ਵੀ ਰਿਹਾ ਸੀ। ਤੇ ਦੂਜੀ ਕੈਟੇਗਰੀ ਹੈ ਜਿਹੜੇ PR ਸਾਡੇ ਕੋਲ ਨਵੇਂ ਆਉਂਦੇ ਨੇ, ਪਰਮਾਨੈਂਟ ਰੈਜ਼ੀਡੈਂਟਸ ਜੀ। ਸਟੂਡੈਂਟਸ ਬਾਰੇ ਗੱਲ ਕਰੀਏ ਤੇ ਜਨਰਲੀ ਸਟੂਡੈਂਟਸ
ਸਟੂਡੈਂਟ GIC ਬਣਾਉਂਦੇ ਨੇ। ਸਟੂਡੈਂਟ GIC ਇੱਕ ਪ੍ਰੋਡਕਟ ਹੈ ਜਿਹੜੀ ਕੈਨੇਡੀਅਨ ਗਵਰਨਮੈਂਟ ਦੀ ਰਿਕੁਆਇਰਮੈਂਟ ਹੈ ਵੀਜ਼ਾ ਲੈਣ ਲਈ, ਉਹਨਾਂ ਨੂੰ ਸਭ ਤੋਂ ਪਹਿਲੇ ਸਟੂਡੈਂਟ GIC ਕੈਨੇਡਾ ਦੇ ਅੰਦਰ ਕਰਨੀ ਹੈ। ਇਹ ਹੁੰਦਾ ਕੀ ਹੈ, ਅੱਜ ਦੀ ਡੇਟ 'ਚ ਸਪੋਜ਼ $10,000 ਦਾ ਡਿਪੋਜ਼ਿਟ ਉਹਨੇ ਕਰਿਆ ਆਪਣਾ, ਤੇ ਉਹਦੀ ਬੇਸ ਤੇ ਅਸੀਂ ਸਰਟੀਫਿਕੇਟ ਦਿੰਨੇ ਆ ਜੀ। ਉਸ ਸਰਟੀਫਿਕੇਟ ਦੇ ਬੇਸ ਤੇ ਉਹ IRCC ਨੂੰ ਅਪਲਾਈ ਕਰਨਾ ਹੈ ਵੀਜ਼ਾ ਲਈ, ਉਹਨਾਂ ਨੂੰ ਵੀਜ਼ਾ ਸੈਂਕਸ਼ਨ ਹੁੰਦਾ ਹੈ। ਜਦੋਂ ਸਟੂਡੈਂਟ ਇੱਥੇ ਆ ਜਾਂਦਾ ਹੈ, ਫਿਰ ਉਸ 10,000 ਦੀ GIC ਨੂੰ ਅਸੀਂ ਇਮੀਡੀਏਟਲੀ $2,000 ਪੇ ਕਰਦੇ ਨੇ ਸਟੂਡੈਂਟ ਨੂੰ, ਉਹਨਾਂ ਦੀ ਰੈਂਟਲ ਰਿਕੁਆਇਰਮੈਂਟ ਵਾਸਤੇ, ਡੇ ਟੂ ਡੇ ਲਿਵਿੰਗ ਵਾਸਤੇ, ਤੇ ਬਾਕੀ ਜਿਹੜਾ ਪੈਸਾ ਹੈ ਉਹਨਾਂ ਨੂੰ 12 ਕਿਸ਼ਤਾਂ 'ਚ ਅਵੇਲੇਬਲ ਹੋ ਜਾਂਦਾ ਹੈ ਜੀ। ਹੁਣ ਸਟੂਡੈਂਟਸ ਨੂੰ ਨਾਲ ਦੇ ਨਾਲ ਅਸੀਂ ਕ੍ਰੈਡਿਟ ਕਾਰਡ ਵੀ ਮੁਹੱਈਆ ਕਰਾਉਂਦੇ ਆ। ਕ੍ਰੈਡਿਟ ਕਾਰਡ ਜਿਹੜੀ ਰਿਕੁਆਇਰਮੈਂਟ ਹੈ ਉਹ PRs ਨੂੰ ਵੀ ਬਰਾਬਰ ਲੱਗਦੀ ਹੈ ਜੀ। ਕ੍ਰੈਡਿਟ ਹਿਸਟਰੀ ਦੀ ਤੁਸੀਂ ਇੰਪੋਰਟੈਂਸ ਦੀ ਗੱਲ ਕੀਤੀ ਹੈ, ਬਹੁਤ ਜ਼ਰੂਰੀ ਹੈ ਕੈਨੇਡਾ ਦੇ ਅੰਦਰ, ਕਿਉਂਕਿ ਇੱਥੇ ਤੁਸੀਂ ਮਕਾਨ ਲੈਣਾ ਹੈ, ਟੈਲੀਫੋਨ ਲੈਣਾ ਹੈ, ਜਾਂ ਅੱਗੇ ਵੀ ਤੁਸੀਂ ਗੱਡੀ ਲੈਣੀ ਹੈ, ਬਗੈਰ ਪ੍ਰੋਪਰ ਹਿਸਟਰੀ ਦੇ, ਕ੍ਰੈਡਿਟ ਹਿਸਟਰੀ ਦੇ ਤੁਹਾਨੂੰ ਨਹੀਂ ਹੋ ਸਕਦਾ। ਜੇ ਕਿਸੇ ਨੇ ਮਾਰਗੇਜ ਲੈਣੀ ਆ, ਕਿਸੇ ਨੇ ਗੱਡੀ ਦਾ ਲੋਨ ਕਰਾਉਣਾ ਹੈ, ਜਾਂ ਕੋਈ ਛੋਟਾ ਮੋਟਾ ਆਪਣਾ ਬਿਜ਼ਨਸ ਤੋਰਨਾ ਹੈ, ਬਹੁਤ ਸਾਰੇ ਸਿਸਟਮ ਹੈ। ਤਾਂ ਮੈਨੂੰ ਲੱਗਦਾ ਵੀ ਜਿਵੇਂ ਆਪਾਂ ਕਹਿੰਦੇ ਹੁੰਦੇ ਬੰਦਾ ਦੇਖ ਕੇ ਉਹਦਾ ਕਰੈਕਟਰ ਪਤਾ ਲੱਗ ਜਾਂਦਾ ਹੈ, ਤੇ ਉਹਦਾ ਜੇ ਕ੍ਰੈਡਿਟ ਹਿਸਟਰੀ ਦੇਖ ਕੇ ਉਹਦੇ ਸਾਰਾ ਜਿਹੜਾ ਉਹਦਾ ਇੱਕ ਅਲਟਰਾਸਾਊਂਡ ਹੋ ਜਾਂਦਾ ਹੈ। ਤੇ ਜਿਵੇਂ ਤੁਸੀਂ ਬੱਚਿਆਂ ਦੇ ਬਾਰੇ ਦੱਸਿਆ, ਤਾਂ ਨਾਲ ਦੀ ਨਾਲ ਮੈਂ ਜੇ ਗੱਲ ਕਰਾਂ ਨਵੇਂ ਇਮੀਗ੍ਰੈਂਟਸ ਦੇ ਲਈ, ਜਿਵੇਂ ਹੋਰ ਬਹੁਤ ਸਾਰੇ ਬੈਂਕ ਹੈਗੇ ਆ ਜਿਹੜੇ ਕੋਈ ਜਿਹੜੇ ਦਿਲ ਭਰਮਾਉਣ ਵਾਲੇ ਜਿਹੜੇ ਪੈਕੇਜ ਰੱਖੇ ਹੁੰਦੇ ਆ। ਆਪਣੇ ਬੈਂਕ ਕੋਲੇ ਜਿਹੜਾ SBI ਕੈਨੇਡਾ ਦੇ ਕੋਲੇ ਕੋਈ ਇਸ ਤਰ੍ਹਾਂ ਦੀਆਂ, ਜਾਂ ਮੈਂ ਤੁਹਾਡੇ ਖਾਸ ਕਰਕੇ ਪਰਸਨਲੀ ਗੱਲ ਕਰਾਂ, ਤੁਸੀਂ ਬਹੁਤ ਸਾਰੀ ਜਿਹੜੀ ਗਾਈਡਸ ਦਿੰਨੇ ਆ ਲੋਕਾਂ ਨੂੰ ਵੀ ਤੁਸੀਂ ਆਹ ਕਰੋ, ਆਹ ਨਾ ਕਰੋ, ਡੂ ਐਂਡ ਡੋਟ ਦੀ ਗੱਲ ਕਰਦੇ ਆ, ਉਹ ਕਿਹੜੀਆਂ ਗੱਲਾਂ ਦਾ ਹੋਰ ਖਾਸ ਧਿਆਨ ਰੱਖਿਆ ਜਾਂਦਾ ਤੁਹਾਡੇ ਬੈਂਕ ਦੇ ਵਿੱਚ? ਬਿਲਕੁਲ ਸੋਹਣੀ ਗੱਲ ਕਹੀ ਰਮਨ ਜੀ। ਐਕਚੁਅਲੀ ਹੁੰਦਾ ਕੀ ਹੈ ਕਿ ਪ੍ਰਚਾਰ ਕਿਸੇ ਵੀ ਤਰ੍ਹਾਂ ਦਾ ਕਰ ਸਕਦੇ ਹੋ, ਤੁਸੀਂ ਬੰਦੇ ਨੂੰ ਆਪਣੇ ਕੋਲ ਅਟਰੈਕਟ ਕਰ ਸਕਦੇ ਹੋ ਜੀ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਸਮਝਦਾਰੀ ਕਿਦੇ 'ਚ ਹੈ, ਉਹ ਜਦ ਤੱਕ ਕੋਈ ਨਹੀਂ ਦੱਸੇਗਾ ਤੇ ਉਹਨਾਂ ਨੂੰ ਉਹਨਾਂ ਦੀ ਭਾਸ਼ਾ 'ਚ ਨਹੀਂ ਦੱਸੇਗਾ, ਨਹੀਂ ਪਤਾ ਲੱਗੇਗਾ ਉਹਨਾਂ ਨੂੰ ਕਿ ਉਹਦਾ ਫਾਇਦਾ ਕੀ ਹੈ। ਕ੍ਰੈਡਿਟ ਦੀ ਆਪਾਂ ਗੱਲ ਕਰੀਏ, ਬੱਚਿਆਂ ਨੂੰ ਨਹੀਂ ਪਤਾ ਕਿ ਕ੍ਰੈਡਿਟ ਕਾਰਡ ਤੋਂ ਲੈ ਕੇ ਜੇ ਪਰਚੇਜ਼ਿੰਗ ਕੀਤੀ ਹੈ ਉਹਨਾਂ ਨੇ, ਤੇ ਉਹਨਾਂ ਦੀ ਪੇਮੈਂਟ ਉਹਨਾਂ ਨੂੰ ਕਦੋਂ ਕਰਨੀ ਹੈ ਜੀ। ਹੁਣ ਬੱਚਾ ਕਹਿੰਦਾ ਅੱਜ ਪਰਚੇਸ ਕੀਤੀ ਹੈ, ਕੱਲ ਜਾ ਕੇ ਪੇਮੈਂਟ ਕਰ ਦੋ, ਪਰ ਬੜੀ ਕਲੀਅਰ ਜੀ ਗੱਲ ਹੈ ਕਿ ਉਹਦੇ 'ਚ ਇੱਕ ਟਾਈਮ ਮਿਲਦਾ ਹੈ, 30 ਦਿਨ ਦਾ, 35 ਦਿਨ ਦਾ, 40 ਦਿਨ ਦਾ। ਸਾਰੀ ਕ੍ਰੈਡਿਟ ਕਾਰਡ ਕੰਪਨੀਆਂ ਟਾਈਮ ਦਿੰਦੀਆਂ ਕਿ ਤੁਸੀਂ ਇਸ ਟਾਈਮ ਦੇ ਅੰਦਰ ਪੈਸਾ ਵਰਤੋ। ਸਟੇਟਮੈਂਟ ਇਸ਼ੂ ਹੋਏਗੀ, ਸਟੇਟਮੈਂਟ ਦੀ ਲਾਸਟ ਪੇਮੈਂਟ ਡੇਟ ਆਏਗੀ, ਤੇ ਉਸ ਲਾਸਟ ਪੇਮੈਂਟ ਡੇਟ ਤੋਂ ਪਹਿਲਾਂ ਤੁਸੀਂ ਜੇ ਪੇਮੈਂਟ ਕਰਦੇ ਹੋ ਤੇ ਇਟ ਇਜ਼ ਵੈਲਕਮ, ਜੇ ਨਹੀਂ ਕਰਦੇ ਹੋ that is also not unwelcome। ਦੋ ਗੱਲਾਂ ਹੋਣਗੀਆਂ ਉਹਦੇ 'ਚ, ਤੁਸੀਂ ਇੰਟਰਸਟ ਪੇ ਕਰਨਾ ਸ਼ੁਰੂ ਕਰ ਦੋਗੇ ਤੇ ਤੁਹਾਡਾ ਕ੍ਰੈਡਿਟ ਸਕੋਰ ਹੌਲੇ-ਹੌਲੇ ਡਾਊਨ ਹੋਣਾ ਸ਼ੁਰੂ ਹੋ ਜਾਏਗਾ। ਇਸ ਕਰਕੇ ਹਿਸਟਰੀ ਲਈ ਬੈਸਟ ਇਹੀ ਹੈ ਕਿ ਤੁਸੀਂ ਆਪਣੀ ਪਰਚੇਜ਼ਿੰਗ ਕਰੋ, ਪੇਮੈਂਟ ਡੇਟ ਤੋਂ ਪਹਿਲੇ ਕੋਸ਼ਿਸ਼ ਕਰੋ ਉਹਦੀ ਪੇਮੈਂਟ ਕਰਾ ਦਿਓ। ਜੇ ਇੱਕ ਵਾਰ ਪੇਮੈਂਟ ਹੋ ਜਾਏਗੀ, ਆਪਣਾ ਮੀਟਰ ਕ੍ਰੈਡਿਟ ਹਿਸਟਰੀ ਵਾਲਾ ਘੁੰਮਣਾ ਸ਼ੁਰੂ ਹੋ ਜਾਏਗਾ ਤੇ ਤੁਹਾਡੀ ਰੇਟਿੰਗ ਹੌਲੇ-ਹੌਲੇ ਇੰਪਰੂਵ ਹੁੰਦੀ ਚਲੀ ਜਾਏਗੀ। ਤੇ ਜੀ ਤੇ ਹੋਰ ਮੈਂ ਅੱਗੇ ਕਹਿ ਰਿਹਾ ਸੀ ਕਿ ਜਦੋਂ ਨਿਊ ਕਮਰਸ ਆ ਰਹੇ ਨੇ, ਉਹਨਾਂ ਨੂੰ ਅਕਾਊਂਟਸ ਦੀ ਰਿਕੁਆਇਰਮੈਂਟ ਨੇ। ਬੜੀ ਸਿੰਪਲ ਜੀ ਗੱਲ ਹੈ, ਇੰਡੀਆ ਦੇ ਅੰਦਰ ਅਸੀਂ ਹਮੇਸ਼ਾ ਚੈਕਿੰਗ ਅਕਾਊਂਟ ਦੀ ਕਦੇ ਸੁਣਿਆ ਹੀ ਨਹੀਂ ਕਿ ਚੈਕਿੰਗ ਅਕਾਊਂਟ ਕੋਈ ਹੁੰਦਾ ਵੀ ਕੋਈ ਚੀਜ਼ ਹੈ। ਸੇਵਿੰਗਸ ਅਕਾਊਂਟ ਰੱਖਦੇ ਸੀ, ਉਹਦੇ 'ਚ ਵਿਆਜ ਮਿਲਦਾ ਹੈ, ਅੱਗੇ ਜਾ ਕੇ ਉਹਦੇ ਅਸੀਂ ਯੂਜ਼ ਕਰਦੇ ਸੀ ਉਸ ਪੈਸੇ ਨੂੰ ਜੀ। ਕੈਨੇਡਾ ਦੇ ਅੰਦਰ ਚੈਕਿੰਗ ਅਕਾਊਂਟ ਦਾ ਕਨਸੈਪਟ ਬੜਾ ਇੰਪੋਰਟੈਂਟ ਹੈ ਕਿ ਜਦੋਂ ਵੀ ਕੋਈ ਆਂਦਾ ਹੈ ਉਹਨੂੰ ਚੈਕਿੰਗ ਅਕਾਊਂਟ ਦੀ ਸਲਾਹ ਦਿੱਤੀ ਜਾਂਦੀ ਹੈ। ਅਸੀਂ ਵੀ ਇਹੀ ਸਲਾਹ ਦਿੰਦੇ ਹਾਂ ਕਿ ਚੈਕਿੰਗ ਅਕਾਊਂਟ ਖੋਲੋ, ਪਰ ਅਕਾਊਂਟ ਉੱਥੇ ਖੋਲੋ ਜਿੱਥੇ ਤੁਹਾਡੀ ਫੀਸ ਸਭ ਤੋਂ ਘੱਟ ਲੱਗ ਰਹੀ ਹੈ। ਕੋਈ ਇੱਕ ਪੈਕੇਜ ਆ ਗਿਆ ਤੁਹਾਡੇ ਕੋਲ, ਉਸ ਪੈਕੇਜ ਦੇ ਅੰਦਰ ਤੁਹਾਨੂੰ ਕੋਈ ਗਿਫਟ ਵੀ ਮਿਲ ਗਿਆ, ਕੋਈ ਕੈਸ਼ਬੈਕ ਮਿਲ ਗਿਆ, ਪਰ ਓਵਰ ਅ ਪੀਰੀਅਡ ਆਫ ਟਾਈਮ ਉਹਦਾ ਅਸਰ ਖਤਮ ਹੋ ਜਾਏਗਾ, ਤੁਹਾਡਾ ਚਾਰजेस ਲੱਗਣੇ ਸ਼ੁਰੂ ਹੋ ਜਾਣਗੇ। ਜਿੱਥੇ ਵੀ ਤੁਸੀਂ ਬੈਂਕਿੰਗ ਕਰਨੀ ਹੈ ਉਹਦੀ ਫਾਈਨ ਪ੍ਰਿੰਟ ਜ਼ਰੂਰ ਪੜੋ, ਵੇਖੋ ਕਿ ਉਹਦੇ ਅੰਦਰ ਚਾਰजेस ਕਿੰਨੇ ਲੱਗਦੇ ਨੇ, ਉਹਦੀ ਫ੍ਰੀਕੁਐਂਸੀ ਕੀ ਹੈ, ਤੇ ਉਹਦੇ ਬਾਅਦ ਤੁਸੀਂ ਉਸ ਅਕਾਊਂਟ ਨੂੰ ਜਦੋਂ ਨਾ ਯੂਜ਼ ਕਰੋ ਜਾਂ ਜ਼ਰੂਰਤ ਤੋਂ ਜ਼ਿਆਦਾ ਯੂਜ਼ ਕਰੋ ਤੇ ਤੁਹਾਨੂੰ ਉਹਦੇ 'ਚ ਕੀ ਨੁਕਸਾਨ ਤੇ ਕੀ ਫਾਇਦਾ ਹੋ ਸਕਦਾ ਹੈ। ਇਸ ਚੀਜ਼ 'ਚ SBI ਕੈਨੇਡਾ ਬੈਂਕ ਦਾ ਚੈਕਿੰਗ ਅਕਾਊਂਟ ਕਾਫੀ ਇੰਪੋਰਟੈਂਟ ਹੁੰਦਾ ਹੈ। ਸਾਡਾ ਚੈਕਿੰਗ ਅਕਾਊਂਟ ਤੁਹਾਨੂੰ ਅਨਲਿਮਿਟਿਡ ਟ੍ਰਾਂਜੈਕਸ਼ਨਸ ਅਵੇਲੇਬਲ ਕਰਾਉਂਦਾ ਹੈ। ਮੰਥਲੀ ਮੇਨਟੇਨੈਂਸ ਵੀ ਬਹੁਤ ਘੱਟ ਹੈ, ਸਿਰਫ $4 ਪਰ ਮੰਥ, ਬਟ ਉਹ ਵੀ ਤੁਸੀਂ ਅਵੋਇਡ ਕਰ ਸਕਦੇ ਹੋ ਜੇ $1000 ਦਾ ਤੁਸੀਂ ਬੈਲੈਂਸ ਰੱਖਿਆ ਹੈ। ਆਪਣੇ ਨਾਲੇ ਸੀਨੀਅਰ ਸਿਟੀਜ਼ਨ ਬਾਰੇ ਗੱਲ ਕਰੀਏ, ਜੇ 65 ਐਂਡ ਅਬਵ ਦੀ ਏਜ ਹੈ, ਉਸ ਤੋਂ ਉੱਪਰ ਦੀ ਏਜ ਵਾਲਿਆਂ ਨੂੰ ਕੋਈ ਮੰਥਲੀ ਮੇਨਟੇਨੈਂਸ ਫੀ ਨਹੀਂ ਹੈ, ਅੱਛਾ, ਕੋਈ ਮਿਨੀਮਮ ਬੈਲੈਂਸ ਨਹੀਂ ਹੈ। ਨਾਲੇ ਸਟੂਡੈਂਟਸ ਲਈ ਵੀ, ਜਿਹੜੇ ਸਟੂਡੈਂਟਸ ਪ੍ਰੋਪਰ ਸਟੱਡੀ ਪਰਮਿਟ ਤੇ ਆ ਰਹੇ ਨੇ, ਸਟੱਡੀ ਪਰਮਿਟ ਦੀ ਕਾਪੀ ਸਾਨੂੰ ਦਿੰਦੇ ਨੇ, ਕੋਈ ਮੰਥਲੀ ਮੇਨਟੇਨੈਂਸ ਫੀ ਨਹੀਂ ਹੈ ਤੇ ਕੋਈ ਮਿਨੀਮਮ ਬੈਲੈਂਸ ਰਿਕੁਆਇਰਮੈਂਟ ਉਹਨਾਂ ਲਈ ਅਸੀਂ ਨਹੀਂ ਰੱਖੀ ਹੋਈ ਹੈ। ਇਸ ਤਰ੍ਹਾਂ ਦੀ ਛੋਟੀ ਛੋਟੀ ਗੱਲਾਂ ਨੇ। ਆਪਾਂ ਆਉਂਦੇ ਹਾਂ, ਮੈਂ ਵੀ ਆਇਆ ਸੀ, ਖਰਚਾ ਕਰਦੇ
ਕਿੰਨੇ ਦੀ ਚੀਜ਼ ਹੈ ਜੀ $4 ਦੀ, ਕਿੰਨੇ ਦੀ ਚੀਜ਼ ਹੈ ਜੀ $5 ਦੀ। ਉਹ $4 $5 ਕੁਝ ਵੀ ਨਹੀਂ ਯਾਰ, ਲਈ ਜਾਓ। ਪਰ ਬਾਅਦ ਚ ਪਤਾ ਲੱਗਦਾ ਹੈ ਕਿ ਇਹ $4 ਰੀਅਲੀ ਇੰਪੋਰਟੈਂਟ ਹੈ ਮੰਥ ਐਂਡ ਤੇ ਜਾ ਕਰਕੇ ਜਦ ਤੁਹਾਡੀ ਸੈਲਰੀ ਨਾਲ ਉਹਨੂੰ ਤੁਸੀਂ ਕੰਪੇਅਰ ਕਰਦੇ ਹੋ ਤੇ ਉਹ ਡਿਫਰੈਂਸ ਪਤਾ ਲੱਗਦਾ ਹੈ। ਸੇਵਿੰਗਸ ਬਹੁਤ ਇੰਪੋਰਟੈਂਟ ਹੈ। ट्रांजैक्शन फी लगती है या नहीं लगती, इंटरेस्ट ਤੁਹਾਨੂੰ ਮਿਲ ਰਿਹਾ ਹੈ ਅਕਾਊਂਟ 'ਚ ਨਹੀਂ ਮਿਲ ਰਿਹਾ ਹੈ, ਇਸ ਚੀਜ਼ ਨੂੰ ਤੁਸੀਂ ਕੰਪੇਅਰ ਕਰਨਾ ਹੈ ਤਾਂ ਆਪਣੀ ਬੈਂਕਿੰਗ ਸਰਵਿਸਿਜ਼ ਲੈਣੀ ਹੈ। ਤੇ ਇਸ ਚੀਜ਼ 'ਚ ਸਾਡੇ ਕੋਲ ਜੇ ਤੁਸੀਂ ਅਪਰੋਚ ਕਰੋਗੇ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਤੇ ਗਾਈਡ ਵੀ ਕਰ ਸਕਦੇ ਹਾਂ। ਜਿਵੇਂ ਤੁਸੀਂ ਦੱਸਿਆ ਕਿ ਬਹੁਤ ਸਾਰੇ ਬੈਂਕ ਹੋਰ ਵੀ ਭਰਮਾਉਣ ਦੇ ਲਈ ਬਹੁਤ ਸਾਰੀਆਂ, ਜਿਵੇਂ ਆਪਾਂ ਕਹਿੰਦੇ ਆ ਵੀ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੁੰਦਾ ਵੀ ਅਸੀਂ ਆਹ ਦੇ ਰਹੇ ਹਾਂ ਜੀ, ਉਹ ਦੇ ਰਹੇ ਹਾਂ। ਜਿਵੇਂ ਤੁਸੀਂ ਦੱਸਿਆ ਬਜ਼ੁਰਗਾਂ ਦੇ ਲਈ ਤੁਹਾਡੇ ਕੋਲੇ ਬਿਲਕੁਲ ਫ੍ਰੀ ਹੈ, ਸਟੂਡੈਂਟਸ ਦੇ ਲਈ ਜਿਹੜੇ ਕਿ ਪ੍ਰੋਪਰ ਵਰਕ ਪਰਮਿਟ ਤੇ ਜਾਂ ਸਟੱਡੀ ਪਰਮਿਟ ਤੇ ਆ ਰਹੇ ਉਹਨਾਂ ਲਈ ਫ੍ਰੀ ਹੋ ਗਿਆ। ਇੱਕ ਮੇਰੇ ਜਿਹੜਾ ਸਵਾਲ ਇਹ ਆ ਰਿਹਾ ਸੀ, ਜਿਹੜਾ SBI ਕੈਨੇਡਾ ਤੇ CDIC ਵਿੱਚ, ਇਹਦੇ ਵਿੱਚ ਫਰਕ ਕੀ ਅਸਲ ਦੇ ਵਿੱਚ ਹੁੰਦਾ ਕੀ ਹੈ CDIC? ਓਕੇ, ਬਹੁਤ ਵਧੀਆ ਗੱਲ ਕੀਤੀ ਹੈ ਸਰ। CDIC ਦਾ ਫੁੱਲ ਫਾਰਮ ਹੈ ਕੈਨੇਡਾ ਡਿਪੋਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ। ਇਹ ਗਵਰਨਮੈਂਟ ਆਫ ਕੈਨੇਡਾ ਦੀ ਇੱਕ ਬਾਡੀ ਹੈ ਜਿਹੜੀ ਅਸ਼ੋਰ ਕਰਦੀ ਹੈ, ਉਹ ਇਸ ਤਰ੍ਹਾਂ ਦੇ ਪੂਰੀ ਤਸੱਲੀ ਕਰਦੇ ਨੇ ਕਿ ਜੇ ਤੁਸੀਂ ਕਿਸੇ ਬੈਂਕ ਦੇ ਅੰਦਰ ਆਪਣਾ ਪੈਸਾ ਰੱਖਿਆ ਹੈ ਤੇ ਉਸ ਬੈਂਕ ਨੂੰ ਕਦੇ ਕੋਈ ਨੁਕਸਾਨ ਹੁੰਦਾ ਹੈ ਜੀ। 2008 ਦਾ ਕ੍ਰਾਈਸਿਸ ਸਾਨੂੰ ਪਤਾ ਹੈ, ਵੱਡੇ ਅਮਰੀਕਾ ਦੇ ਅੰਦਰ ਬੈਂਕ ਬੰਦ ਹੋ ਗਏ। ਇਦਾਂ ਦੀ ਕਦੋਂ ਕੋਈ ਪ੍ਰੋਬਲਮ ਆਂਦੀ ਹੈ ਤੇ CDIC ਉਸ ਡਿਪੋਜ਼ਿਟਰ ਦੇ ਪੈਸੇ ਨੂੰ ਸਪੋਰਟ ਦੇ ਦੇਗੀ, ਉਸ ਅਮਾਉਂਟ ਨੂੰ ਉਹਨਾਂ ਨੂੰ ਪੇ ਕਰ ਦੇਗੀ। ਮਤਲਬ ਪ੍ਰੋਟੈਕਸ਼ਨ ਹੈ, ਪੂਰੀ ਪ੍ਰੋਟੈਕਸ਼ਨ ਕਵਰ ਅਵੇਲੇਬਲ ਹੈ। ਇਹ ਕਵਰ ਪਰ ਇਹਦੀ ਲਿਮਿਟ ਹੈ, ਇਹ $1 ਲੱਖ ਤੱਕ ਕਵਰ ਅਵੇਲੇਬਲ ਹੈ। $100,000 ਕੈਨੇਡੀਅਨ ਡਾਲਰ ਤੱਕ ਤੁਸੀਂ ਉਸ ਕਵਰ ਨੂੰ ਯੂਜ਼ ਕਰ ਸਕਦੇ ਹੋ। ਉਸ ਤੋਂ ਉੱਪਰ ਕੋਈ ਅਮਾਉਂਟ ਹੈ ਉਹਦੀ ਕੋਈ ਗਾਰੰਟੀ ਉਹ ਇੰਸ਼ੋਰੈਂਸ ਦੀ ਨਹੀਂ ਦਿੰਦੇ, ਪਰ ਇਸ ਤੋਂ ਥੱਲੇ ਦੀ ਅਮਾਉਂਟ ਕੰਪਨੀ ਪੇ ਕਰੇਗੀ। ਤੇ ਇਹ ਜਿਹੜਾ SBI ਕੈਨੇਡਾ ਹੈ ਤੇ ਇਹ ਕਿੰਨੇ ਸਾਲਾਂ ਤੋਂ ਕੈਨੇਡਾ ਦੇ ਵਿੱਚ? ਬਹੁਤ ਵਧੀਆ ਗੱਲ ਹੈ। SBI ਕੈਨੇਡਾ ਬੈਂਕ ਕੈਨੇਡਾ ਦੇ ਅੰਦਰ 1982 ਤੋਂ ਅਸੀਂ ਪਹਿਲੀ ਬ੍ਰਾਂਚ ਖੋਲੀ ਸੀ ਡਾਊਨਟਾਊਨ ਟੋਰਾਂਟੋ। 37 ਇਅਰਸ ਹੋ ਗਏ ਨੇ। GTA ਦੇ ਅੰਦਰ 5 ਲੋਕੇਸ਼ਨਸ ਤੋਂ ਸਰਵ ਕਰ ਰਹੇ ਹਾਂ ਅਸੀਂ। ਸਾਡੀ ਮਿਸੀਸਾਗਾ 'ਚ ਬ੍ਰਾਂਚ ਹੈ ਜੀ, ਬ੍ਰੈਂਪਟਨ, ਸਕਾਰਬਰੋ ਐਂਡ ਡਾਊਨਟਾਊਨ ਟੋਰਾਂਟੋ ਦੀ ਮੈਂ ਗੱਲ ਕੀਤੀ ਹੈ। ਮਿਸੀਸਾਗਾ 'ਚ ਸਾਡਾ ਇੱਕ ਐਕਸਟੈਂਸ਼ਨ ਕਾਊਂਟਰ ਵੀ ਹੈ ਸਕੁਅਰ 1 ਮਾਲ ਦੇ ਸਾਹਮਣੇ, ਉੱਥੇ ਹੀ ਸਾਡਾ ਹੈੱਡ ਆਫਿਸ ਹੈ। ਨਾਲੇ 2 ਹੋਰ ਬ੍ਰਾਂਚਾਂ ਨੇ ਸਾਡੀਆਂ, ਇੱਕ ਵੈਂਕੂਵਰ ਤੇ ਇੱਕ ਸਰੀ। ਅਸੀਂ BC ਨੂੰ ਵੀ ਸਰਵ ਕਰਨੇ ਆ, ਜਿਹਨੂੰ GVA ਕਹਿੰਦੇ ਆ, ਗ੍ਰੇਟਰ ਵੈਂਕੂਵਰ ਏਰੀਆ, ਤੇ 2 ਬ੍ਰਾਂਚਸ ਨਾਲ ਉੱਥੇ ਵੀ ਅਸੀਂ ਪ੍ਰੈਜ਼ੈਂਸ ਰੱਖਦੇ ਆ ਆਪਣੀ। ਔਰ ਇਸ ਦੇ ਅੰਦਰ ਸਾਡਾ ਮੇਨ ਰੋਲ ਇਹ ਹੈ ਕਿ ਇੰਡੀਆ ਤੋਂ ਆਉਣ ਵਾਲੇ ਤੇ ਜਿਹੜੇ ਇੰਡੀਅਨਸ ਇੱਥੇ ਬਸ ਗਏ ਨੇ ਉਹਨਾਂ ਨੂੰ ਕਿੱਦਾਂ ਕਨੈਕਟ ਕਰਨਾ। ਤੁਹਾਡਾ ਮੇਰੇ ਕੋਲ ਆਂਦੇ ਨੇ ਕਸਟਮਰਸ ਜਿਨ੍ਹਾਂ ਦਾ ਇੰਡੀਆ ਤੋਂ ਛੱਡੇ 20 25 30 ਸਾਲ ਹੋ ਗਏ ਨੇ, ਪਰ ਪੈਸਾ ਉੱਥੇ ਪਿਆ ਆ ਜੀ। ਹੁਣ ਉਹਨਾਂ ਨੂੰ ਪਤਾ ਨਹੀਂ ਹੈ ਕਿ ਉਸ ਪੈਸੇ ਨੂੰ ਕਿੱਦਾਂ ਯੂਜ਼ ਕਰਨਾ ਹੈ। ਉਹ ਕੈਨੇਡਾ ਲੈ ਸਕਦੇ ਨੇ ਪੈਸਾ ਜਾਂ ਨਹੀਂ ਮੰਗਾ ਸਕਦੇ, ਜਾਂ ਉਹਨਾਂ ਨੂੰ ਕਦੇ ਬੈਂਕ ਨਾਲ ਕੋਈ ਕੰਟੈਕਟ ਨਹੀਂ ਹੋ ਰਿਹਾ। ਤੇ ਇਸ ਚੀਜ਼ 'ਚ ਉਹ ਸਾਡੇ ਕੋਲ ਆਂਦੇ ਨੇ, ਅਸੀਂ ਉਹਨਾਂ ਨੂੰ ਹੈਲਪ ਕਰਨੇ ਆ ਜਿੰਨਾ ਅਸੀਂ ਗਾਈਡ ਕਰ ਸਕਦੇ ਆ। ਕਿੱਦਾਂ ਇੰਟਰਨੈਟ ਤੋਂ ਫਾਰਮ ਡਾਊਨਲੋਡ ਕਰਨਾ ਹੈ, ਕਿਹੜਾ ਫਾਰਮ ਭਰਨਾ ਹੈ, ਭਰ ਕੇ ਤੁਸੀਂ ਭੇਜੋ ਤੇ ਪੈਸਾ ਆ ਸਕਦਾ ਹੈ। ਜੀ। ਤੁਹਾਡਾ ਅਕਾਊਂਟ ਦਾ ਸਟੇਟਸ ਉੱਥੇ ਕੀ ਹੈ, NRO ਹੈ, NRE ਹੈ, ਉਹਦੇ ਤੇ ਡਿਪੈਂਡ ਕਰਦਾ ਹੈ। ਰੈਜ਼ੀਡੈਂਟ ਇੰਡੀਅਨ ਸਟੇਟਸ ਹੈ। ਕਈ ਬਹੁਤ ਸਾਰੇ ਕੈਨੇਡੀਅਨ ਇੰਡੀਅਨਸ ਨੇ ਜਿਹੜੇ ਕੈਨੇਡਾ ਆ ਕੇ ਸਿਟੀਜ਼ਨ ਵੀ ਬਣ ਗਏ ਨੇ, ਪਰ ਉਹਨਾਂ ਨੇ ਉੱਥੇ ਡਿਕਲੇਅਰ ਹੀ ਨਹੀਂ ਕੀਤਾ, ਉਹਨਾਂ ਦਾ ਅਕਾਊਂਟ ਰੈਜ਼ੀਡੈਂਟ ਇੰਡੀਅਨ ਦੀ ਤਰ੍ਹਾਂ ਹੀ ਚੱਲਦਾ ਹੈ। ਪਰ ਟੈਕਨੀਕਲੀ ਗਵਰਨਮੈਂਟ ਦੀ ਗਾਈਡਲਾਈਨਸ ਦੇ ਹਿਸਾਬ ਨਾਲ ਉਹ NRO ਜਾਂ NRE ਚ ਕਨਵਰਟ ਹੋਣਾ ਚਾਹੀਦਾ। ਬੜਾ ਵਧੀਆ। ਮੈਨੂੰ ਇਹੀ ਸਵਾਲ ਅਗਲਾ ਮੇਰਾ ਇਹੀ ਸੀਗਾ ਕਿ ਜਿਹੜਾ NRE ਤੇ NRO ਦੇ ਵਿੱਚ ਅੰਤਰ ਕੀ ਆ, ਅਸਲ ਦੇ ਵਿੱਚ ਹੈ ਕੀ ਚੀਜ਼ ਹੈ? ਜਿਹੜੀ ਲਫ਼ਜ਼ਾਂ ਦੀ ਗੱਲ ਕਰੀਏ, NRO ਦਾ ਫੁੱਲ ਫਾਰਮ ਹੁੰਦਾ ਹੈ ਨਾਨ ਰੈਜ਼ੀਡੈਂਟ ਆਰਡੀਨਰੀ, ਤੇ NRE ਦਾ ਫੁੱਲ ਫਾਰਮ ਹੁੰਦਾ ਹੈ ਨਾਨ ਰੈਜ਼ੀਡੈਂਟ ਐਕਸਟਰਨਲ। ਨਾਨ ਰੈਜ਼ੀਡੈਂਟ ਆਰਡੀਨਰੀ ਅਕਾਊਂਟ ਰੁਪਏ, ਇੰਡੀਅਨ ਰੁਪਏ 'ਚ ਖੁੱਲਦਾ ਹੈ ਜੀ। ਇਹਦੇ ਅੰਦਰ ਸਭ ਤੋਂ ਬੜਾ ਬੈਨੀਫਿਟ ਇਹ ਹੈ ਕਿ ਤੁਸੀਂ ਇੰਡੀਆ ਦੇ ਅੰਦਰ ਤੁਹਾਡੀ ਕੋਈ ਇਨਕਮ ਹੈ, ਪੈਨਸ਼ਨ, ਰੈਂਟ ਆ ਰਿਹਾ ਹੈ, ਖੇਤੀਬਾੜੀ ਦੀ ਇਨਕਮ ਹੈ, ਉਹ ਤੁਸੀਂ ਜਮ੍ਹਾਂ ਕਰਾ ਸਕਦੇ ਹੋ ਉਹਦੇ 'ਚ। ਮਤਲਬ ਕੈਨੇਡਾ ਡਾਇਰੈਕਟ ਆ ਸਕਦੀ ਹੈ? ਨਹੀਂ, ਡਾਇਰੈਕਟ ਕੋਈ ਵੀ ਟ੍ਰਾਂਸਫਰ ਨਹੀਂ ਹੋ ਸਕਦੀ ਹੈ। ਉਹਦਾ ਇੱਕ ਪ੍ਰੋਸੈਸ ਬਣਾਇਆ ਗਵਰਨਮੈਂਟ ਨੇ ਕਿ ਉਹ ਪੈਸਾ ਉੱਥੇ ਜਮ੍ਹਾਂ ਹੋਏਗਾ, ਉਹਦੇ ਬਾਅਦ ਉਹਦਾ ਸਪੈਸੀਫਿਕ ਫਾਰਮ ਹੈ ਜੀ, ਉਹ ਫਾਰਮ ਭਰ ਕੇ ਤੁਸੀਂ ਉੱਥੇ ਭੇਜੋਗੇ। ਉਸ ਫਾਰਮ ਦੇ ਬੇਸ ਤੇ ਉਹ ਬੈਂਕ ਜਿਹੜਾ ਹੈ ਉਹ ਉਸ ਪੈਸੇ ਨੂੰ ਇੱਥੇ ਕੈਨੇਡਾ ਟ੍ਰਾਂਸਫਰ ਕਰ ਸਕਦਾ ਹੈ। ਠੀਕ ਹੈ, ਮਤਲਬ ਉਹ ਸਿੱਧਾ ਇਹ ਕਹਿ ਲਓ ਕਿ ਵੀ ਇੱਕ ਨੰਬਰ ਦੇ ਵਿੱਚ ਤੁਹਾਡੇ ਕੋਲੇ ਆ ਜਾਂਦਾ। ਬਿਲਕੁਲ। ਅਸੀਂ ਐਜ਼ ਅ ਬੈਂਕਰ 1 ਨੰਬਰ 2 ਨੰਬਰ ਦੀ ਗੱਲ ਨਹੀਂ ਕਰ ਸਕਦੇ, ਪਰ ਜਨਰਲੀ ਇਹੀ ਹੈ ਕਿ ਤੁਹਾਡਾ ਲੀਗਲ ਚੈਨਲ ਦੇ ਅੰਦਰ ਤੁਹਾਡਾ ਆਪਣਾ ਪੈਸਾ ਤੁਸੀਂ ਕੈਨੇਡਾ ਲਾ ਸਕਦੇ ਹੋ, ਤੇ ਇੰਡੀਆ ਦੇ ਅੰਦਰ ਦੀ ਇਨਕਮ ਨੂੰ ਵੀ ਤੁਸੀਂ ਡਿਕਲੇਅਰ ਕਰ ਸਕਦੇ ਹੋ NRE ਅਕਾਊਂਟ ਦੇ ਅੰਦਰ ਰੱਖ ਕੇ। ਜੀ। NRE ਅਕਾਊਂਟ ਨੂੰ ਫੁੱਲ ਫਾਰਮ ਨਾਨ ਰੈਜ਼ੀਡੈਂਟ ਐਕਸਟਰਨਲ ਮੈਂ ਦੱਸਿਆ ਸੀ। ਇਹਦਾ ਮਤਲਬ ਹੈ ਇਹਦੇ 'ਚ ਪੈਸਾ ਕੋਈ ਵੀ ਇੰਡੀਆ ਦੀ ਇਨਕਮ ਜਮ੍ਹਾਂ ਨਹੀਂ ਹੋ ਸਕਦੀ। ਤੁਸੀਂ ਬਾਹਰ ਦੇ ਮੁਲਕ ਤੋਂ ਹੀ ਪੈਸਾ NRE ਅਕਾਊਂਟ 'ਚ ਭੇਜ ਸਕਦੇ ਹੋ।
ਤੇ ਉਹਦਾ ਬੈਨੀਫਿਟ ਇਹ ਹੁੰਦਾ ਹੈ ਕਿ ਜਦ ਉਸ ਪੈਸੇ ਨੂੰ ਤੁਸੀਂ ਵਾਪਸ ਬਾਹਰ ਦੇ ਮੁਲਕ ਲੈ ਕੇ ਆਣਾ ਹੈ ਤੇ ਗਵਰਨਮੈਂਟ ਆਫ ਇੰਡੀਆ ਵੱਲੋਂ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਉਹਦੇ ਤੇ, ਤੁਸੀਂ ਈਜ਼ੀਲੀ ਉਸ ਪੈਸੇ ਨੂੰ ਰਿਪੈਟਰੀਏਟ ਕਰ ਸਕਦੇ ਹੋ ਆਪਣੇ ਇਸ ਕੰਟਰੀ 'ਚ। ਜੀ ਜੀ। ਤੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਸ ਪੈਸੇ ਨੂੰ ਤੁਸੀਂ ਇੰਡੀਆ 'ਚ ਨਹੀਂ ਯੂਜ਼ ਕਰ ਸਕਦੇ, ਉਸ ਪੈਸੇ ਨੂੰ ਤੁਸੀਂ ਇੰਡੀਆ 'ਚ ਵੀ ਯੂਜ਼ ਕਰ ਸਕਦੇ ਹੋ। ਦੋਨੋਂ ਆਪਸ਼ਨਸ ਅਵੇਲੇਬਲ ਨੇ। ਵਾਪਸ ਲੈ ਕੇ ਆਣਾ ਹੈ, ਨੋ ਕੁਐਸਚਨਸ ਆਸਕ, ਫ੍ਰੀਲੀ ਆ ਜਾਏਗਾ, ਤੇ ਇੰਡੀਆ 'ਚ ਇਸਤੇਮਾਲ ਕਰਨਾ ਹੈ ਤੇ ਤੁਸੀਂ ਉੱਥੇ ਵੀ ਇਸ ਚੀਜ਼ ਨੂੰ। ਤੁਹਾਡੇ ਬੈਂਕ ਦੇ ਵਿੱਚ ਜਿਵੇਂ ਬਹੁਤ ਸਾਰਾ ਹੁਣ ਭਾਈਚਾਰਾ ਸਾਡਾ ਪੰਜਾਬੀ ਭਾਸ਼ਾ ਬੋਲਦਾ, ਹਿੰਦੀ ਬੋਲਦਾ, ਫਿਰ ਬਹੁਤ ਸਾਰੇ ਜਿਹੜੇ ਸਾਡੇ ਪਾਕਿਸਤਾਨ ਭਾਈਚਾਰੇ, ਬਹੁਤ ਸਾਰਾ ਭਾਈਚਾਰਾ ਇੱਥੇ ਹੈਗਾ, ਤੇ ਤੁਹਾਡੇ ਬੈਂਕ ਦੇ ਵਿੱਚ ਸਾਰੀਆਂ ਭਾਸ਼ਾਵਾਂ ਬੋਲਣ ਵਾਲਾ ਸਟਾਫ ਮੌਜੂਦ ਹੈ? ਸਰ, ਇਹ ਸਾਡੇ ਬੈਂਕ ਦੀ ਬਹੁਤ ਇੰਪੋਰਟੈਂਟ ਸਟਰੈਂਥ ਹੈ ਕਿ ਸਾਡੇ ਬੈਂਕ ਦੇ ਅੰਦਰ ਜਿਸ ਵੀ ਕਮਿਊਨਿਟੀ ਦਾ ਬੰਦਾ ਆਏਗਾ, ਜਿੱਦਾਂ ਵੀ ਭਾਸ਼ਾ 'ਚ ਉਹਨੂੰ ਹੈਲਪ ਚਾਹੀਦੀ, ਅਸੀਂ ਉਹਨਾਂ ਨੂੰ ਗਾਈਡ ਕਰਨੇ ਆ, ਅਸੀਂ ਸਪੋਰਟ ਕਰਨੇ ਆ, ਤੇ ਅਸੀਂ ਇਨਫੋਰਮੇਸ਼ਨ ਪ੍ਰੋਵਾਈਡ ਕਰਨੇ ਆ ਕਿ ਕਿਸ ਤਰ੍ਹਾਂ ਉਹ ਆਪਣੇ ਕੰਮ ਨੂੰ ਆਰਾਮ ਨਾਲ, ਆਸਾਨੀ ਨਾਲ ਕਰ ਸਕਨੇ ਆ। ਜਿਹੜਾ SBI ਕੈਨੇਡਾ ਬੈਂਕ ਸਿਸਟਮ ਹੈ, ਜੇ ਕਹਿ ਲਓ ਕਿ ਵੀ ਤੁਸੀਂ ਕੈਨੇਡਾ ਦੇ ਵਿੱਚ ਬੜੇ ਲੰਮੇ ਅਰਸੇ ਤੋਂ ਪੈਰ ਪਸਾਰੇ ਹੋਏ ਆ, ਤਾਂ ਹੁਣ ਤਾਂ ਇਹ ਕਹਿ ਲਓ ਕਿ ਇੱਥੋਂ ਦਾ ਹੀ ਇੱਕ ਜਿਵੇਂ ਬਾਕੀ ਬੈਂਕ ਆ ਹੋਰ ਵੀ ਇੱਥੋਂ ਦਾ ਹੀ ਲੱਗਣ ਲੱਗ ਪਿਆ ਵੀ। ਰਿਟੇਲ ਬੈਂਕਿੰਗ 'ਚ ਕਿਹੜੀਆਂ-ਕਿਹੜੀਆਂ ਸੇਵਾਵਾਂ ਉਪਲਬਧ ਆ ਤੁਹਾਡੇ ਕੋਲੇ? ਰਮਨ ਜੀ, ਅਸੀਂ ਇਹ ਜ਼ਿਕਰ ਕੀਤਾ ਹੈ ਪਹਿਲੇ ਵੀ, 2-3 ਚੀਜ਼ਾਂ ਅਸੀਂ ਸ਼ੇਅਰ ਕੀਤੀਆਂ। ਚੈਕਿੰਗ ਬਾਰੇ ਦੱਸ ਚੁੱਕੇ ਹਾਂ ਤੁਸੀਂ। ਚੈਕਿੰਗ ਬਾਰੇ ਗੱਲ ਹੋ ਗਈ। ਸਾਡਾ ਸੇਵਿੰਗਸ ਬੈਂਕ ਦਾ ਪ੍ਰੋਡਕਟ ਹੈ। ਹੁਣ ਸੇਵਿੰਗਸ ਬੈਂਕ ਦਾ ਪ੍ਰੋਡਕਟ ਜਿਹੜਾ ਅਸੀਂ ਯੂਜ਼ ਕਰਨੇ ਆ, ਸਾਡਾ ਇੰਟਰਸਟ ਤਾਂ ਵਧੀਆ ਹੈ ਹੀ ਉਹਦੇ 'ਚ, ਅਸੀਂ ਟ੍ਰਾਂਜੈਕਸ਼ਨਸ ਵੀ ਲਿਮਿਟਿਡ ਨਹੀਂ ਕੀਤੀਆਂ ਹੋਈਆਂ ਨੇ। ਸਪੋਜ਼ ਤੁਸੀਂ ਸੇਵਿੰਗਸ ਬੈਂਕ ਦੇ ਅੰਦਰ ਕੋਈ ਸ਼ਾਪਿੰਗ ਕਰਦੇ ਹੋ, ਡੈਬਿਟ ਕਾਰਡ ਨੂੰ ਟੈਪ ਕਰਦੇ ਹੋ, ਕੈਸ਼ ਵਿਡਰਾਅ ਕਰਦੇ ਹੋ, ਉਸ ਨੂੰ ਅਸੀਂ ਟ੍ਰਾਂਜੈਕਸ਼ਨ ਗਿਣਦੇ ਹੀ ਨਹੀਂ। ਅੱਛਾ। ਅਸੀਂ ਉਸ ਚੀਜ਼ ਨੂੰ ਟ੍ਰਾਂਜੈਕਸ਼ਨ ਗਿਣਦੇ ਆ ਜਿਹੜੀ ਤੁਸੀਂ ਬੈਂਕ ਦੇ ਅੰਦਰ ਆ ਕੇ ਕਰਦੇ ਹੋ। ਤੇ ਮਹੀਨੇ 'ਚ ਕੋਈ ਕਿੰਨੀ ਵਾਰੀ ਆਂਦਾ ਬੈਂਕ? 2 ਵਾਰੀ, 4 ਵਾਰੀ। ਬਿਲਕੁਲ। ਤੇ ਉਹ ਸਾਰੀ ਟ੍ਰਾਂਜੈਕਸ਼ਨਸ ਆਟੋਮੈਟਿਕਲੀ ਫ੍ਰੀ ਦੇ ਅੰਦਰ ਆ ਜਾਂਦੀਆਂ ਨੇ। ਬਾਹਰ ਜੋ ਮਰਜ਼ੀ ਤੁਸੀਂ ਟ੍ਰਾਂਜੈਕਸ਼ਨ ਕਰੋ, ਅਕਾਊਂਟ ਨਹੀਂ ਹੁੰਦੀ। ਇੰਟਰਸਟ ਤੁਸੀਂ ਅਰਨ ਕਰ ਰਹੇ ਹੋ, ਮੰਥਲੀ ਮੇਨਟੇਨੈਂਸ ਵੀ ਵੈਸੇ ਹੀ ਤੁਹਾਡੀ ਘਟੀ ਹੋਈ ਹੈ, ਤੇ ਹੋਰ ਤੁਸੀਂ ਬੈਲੈਂਸ ਮੇਨਟੇਨ ਕਰ ਲਓ, ਕਿਉਂਕਿ ਜਿਹੜਾ ਸੁਪਰ ਸੇਵਰ ਸਾਡਾ ਪ੍ਰੋਡਕਟ ਹੈ ਉਹਦੇ ਅੰਦਰ ਜਿਸਨੇ $2000 ਬੈਲੈਂਸ ਰੱਖ ਲਿਆ, ਉਹਨੂੰ $1 ਮੰਥਲੀ ਦਾ ਮੋਟਾ ਮਤਲਬ ਦੇਸੀ ਹਿਸਾਬ ਲਾਈਏ ਤੇ ਵਿਆਜ ਮਿਲ ਜਾਂਦਾ ਹੈ। ਅੱਛਾ। ਤੇ ਨਾਰਮਲੀ ਅਸੀਂ ਕਿਸੇ ਵੀ ਚੈਕਿੰਗ ਅਕਾਊਂਟ 'ਚ ਪੈਸੇ ਰੱਖਣਾ, ਕੋਈ ਇੰਟਰਸਟ ਨਹੀਂ ਮਿਲਦਾ। ਤੁਹਾਡਾ ਪੈਸਾ ਪਿਆ ਹੋਇਆ ਇੱਧਰ ਉੱਧਰ 4-5 ਬੈਂਕਾਂ 'ਚ, ਕੋਈ ਤੁਹਾਨੂੰ ਗੇਨ ਨਹੀਂ ਦੇ ਰਿਹਾ, ਉਹਨੂੰ ਕਲੱਬ ਕਰੋ, ਉਹਨੂੰ SBI ਕੈਨੇਡਾ ਬੈਂਕ ਦੇ ਸੁਪਰ ਸੇਵਰ 'ਚ ਤੁਸੀਂ ਰੱਖੋਗੇ, ਤੁਹਾਨੂੰ ਇੰਟਰਸਟ ਵੀ ਮਿਲੇਗਾ। ਮਤਲਬ ਜੇ ਕਿਸੇ ਦਾ $2000 ਤੁਹਾਡੇ ਬੈਂਕ ਦੇ ਵਿੱਚ, SBI ਕੈਨੇਡਾ ਦੇ ਬੈਂਕ ਦੇ ਵਿੱਚ ਪਿਆ ਹੈ, ਤਾਂ $1 ਉਹ ਮਿਲਣਾ ਹੀ ਮਿਲਣਾ ਮੰਥਲੀ ਆ ਜਾਏਗਾ ਉਹਦੇ ਅਕਾਊਂਟ 'ਚ। ਚਲੋ $1 ਵੀ ਕਿਹੜਾ ਥੋੜਾ ਹੁੰਦਾ? ਥੋੜਾ ਨਹੀਂ ਹੁੰਦਾ। ਇਸ ਚੀਜ਼ ਨੂੰ ਤੁਸੀਂ 2000 ਨੂੰ ਤੁਸੀਂ 40000 ਕਰ ਦਿਓ। ਸਾਡੇ ਕਸਟਮਰਸ ਨੇ ਜਿਨ੍ਹਾਂ ਨੇ ਕਾਫੀ ਤਰੱਕੀ ਕੀਤੀ ਹੈ, ਦੇ ਹੈਵ ਅਰਨਡ ਪ੍ਰੋਸਪੈਰਿਟੀ, ਔਰ ਕਾਫੀ ਜ਼ਿਆਦਾ ਉਹਨਾਂ ਦੇ ਇਨਕਮ ਸੋਰਸਸ ਨੇ, ਉਹਨਾਂ ਨੇ ਕਈ ਜਗ੍ਹਾ ਅਕਾਊਂਟ 'ਚ ਪੈਸੇ ਰੱਖੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਜੀ। ਕੰਮ 'ਚ ਇਤਨੇ ਮਸਰੂਫ ਨੇ, ਟਾਈਮ ਹੀ ਨਹੀਂ ਮਿਲਦਾ ਹੈ ਕਿ ਕਿਹੜੇ ਬੈਂਕ 'ਚ ਕੀ ਹੋ ਰਿਹਾ, ਕਿਸ ਤਰ੍ਹਾਂ ਹੋ ਰਿਹਾ, ਨਹੀਂ ਪਤਾ ਲੱਗਦਾ। ਪਿਆ ਹੋਇਆ ਪੈਸਾ, ਉਸ ਪੈਸੇ ਨੂੰ ਜੇ ਤੁਸੀਂ ਕਰਦੇ ਹੋ, ਥੋੜਾ ਵੀ ਕਲੈਕਟ ਕਰਦੇ ਹੋ, ਤੇ $1 ਜਿਹੜਾ ਵਿਆਜ ਮੈਂ ਦੱਸ ਰਿਹਾ ਸੀ, ਇਹ $20-25 ਵੀ ਮੰਥਲੀ ਬਣ ਸਕਦਾ ਹੈ ਜੇ ਅਮਾਉਂਟ ਉਸ ਹਿਸਾਬ ਨਾਲ ਤੁਹਾਡੀ ਵੱਧਦੀ ਹੈ ਤਾਂ। ਜੀ। ਤੇ ਇੱਕ ਮਾਰਗੇਜ ਦੀ, ਜਿਵੇਂ ਹੁਣ ਸਾਰੇ ਸਾਰੇ ਜਿੰਨੇ ਵੀ ਆਪਣੇ ਇਮੀਗ੍ਰੈਂਟਸ ਆ ਰਹੇ ਆ, ਤਾਂ ਸਭ ਤੋਂ ਪਹਿਲੀਆਂ ਸੇਵਾਵਾਂ ਦੀ ਤੁਸੀਂ ਗੱਲ ਦੱਸ ਚੁੱਕੇ ਆ ਕਿ ਕਿਹੜੀਆਂ ਸੇਵਾਵਾਂ ਦੀ ਲੋੜ ਪੈਂਦੀ। ਜਦੋਂ ਥੋੜਾ ਜਿਹਾ ਬੰਦਾ ਅੱਗੇ ਵੱਧਦਾ ਤਾਂ ਸਭ ਤੋਂ ਪਹਿਲਾਂ ਉਹਨੂੰ ਚਾਹੀਦੀ ਹੈ ਛੱਤ ਰਹਿਣ ਦੇ ਲਈ। ਬਿਲਕੁਲ, ਘਰ ਚਾਹੀਦਾ, ਤੇ ਮਾਰਗੇਜ ਦਾ ਬੜਾ ਇੱਥੇ ਫੰਡਾ ਬੜਾ ਮੁਸ਼ਕਲ ਹੁਣ ਹੋਇਆ ਹੋਇਆ। ਤੁਹਾਡੇ ਬੈਂਕ ਦੇ ਥਰੂ ਅਗਰ ਕੋਈ ਮਾਰਗੇਜ ਕਰਵਾਉਣੀ ਚਾਹੁੰਦਾ, ਜਾਂ ਮੈਂ ਇਹ ਕਹਿ ਲਵਾਂ ਕਿ ਤੁਹਾਡਾ ਬੈਂਕ ਮਾਰਗੇਜ ਵੀ ਕਰਵਾਉਂਦਾ ਹੈ? ਜੀ ਹਾਂ ਰਮਨ ਜੀ, ਮਾਰਗੇਜ ਦੇ ਸਾਰੇ ਵੇਰੀਐਂਟ ਸਾਡੇ ਕੋਲ ਅਵੇਲੇਬਲ ਨੇ, ਫਿਕਸਡ, ਵੇਰੀਏਬਲ, ਤੇ ਨਾਲੇ ਸਾਡੀ ਇੱਕ ਬਹੁਤ ਬਿਹਤਰੀਨ ਸਕੀਮ ਹੈ ਨਿਊ ਟੂ ਕੈਨੇਡਾ ਸਕੀਮ। ਇਹ ਨਿਊ ਟੂ ਕੈਨੇਡਾ ਸਕੀਮ ਬਣੀ ਹੀ ਨਵੇਂ ਇਮੀਗ੍ਰੈਂਟਸ ਲਈ ਹੋਈ ਹੈ, ਕਿਉਂਕਿ ਬੰਦਾ ਆ ਗਿਆ ਕੈਨੇਡਾ ਦੇ ਅੰਦਰ, ਹੁਣ ਉਹਨੂੰ ਜੌਬ ਵੀ ਮਿਲ ਗਈ ਹੈ, ਉਹਦੀ ਇਨਕਮ ਵੀ ਚੰਗੀ ਹੋ ਗਈ ਹੈ, ਪਰ ਉਹਦੇ ਕੋਲ ਪੁਰਾਣੀ ਕ੍ਰੈਡਿਟ ਹਿਸਟਰੀ ਨਹੀਂ ਹੈ। ਬਿਲਕੁਲ। ਜਾਂ ਫਿਰ ਉਹਦਾ ਇਦਾਂ ਦਾ ਸਿਸਟਮ ਬਣ ਗਿਆ ਹੈ ਕਿ ਉਹਨੇ ਕੋਈ ਰਿਟਰਨ ਨਹੀਂ ਫਾਈਲ ਕੀਤੀ ਹੋਈ ਹੈ ਕੈਨੇਡਾ ਦੇ ਅੰਦਰ, ਕੋਈ ਨੋਟਿਸ ਆਫ ਅਸੈਸਮੈਂਟ ਨਹੀਂ ਹੈ, ਤੇ ਉਸ ਤਰ੍ਹਾਂ ਦੇ ਕਸਟਮਰਸ ਨੂੰ ਅਸੀਂ ਸਪੋਰਟ ਕਰਨੇ ਆ ਜੀ। ਉਹਨਾਂ ਨੂੰ ਨਿਊ ਟੂ ਕੈਨੇਡਾ ਸਕੀਮ ਦੇ ਅੰਬਰੇਲਾ ਦੇ ਅੰਦਰ ਲੈ ਕੇ ਆਉਂਦੇ ਆ। ਉਹਦਾ ਫਾਇਦਾ ਇਹ ਹੁੰਦਾ ਹੈ ਕਿ ਉਹਨਾਂ ਨੂੰ ਸਿਰਫ ਪੱਕੀ ਜੌਬ ਦਾ ਲੈਟਰ ਸਾਨੂੰ ਸ਼ੋ ਕਰਨਾ ਹੈ ਕਿ ਕੈਨੇਡਾ ਦੇ ਅੰਦਰ ਉਹਨਾਂ ਦੀ ਕਿਸੇ ਰਿਪਿਊਟਡ ਕੰਪਨੀ ਦੇ ਅੰਦਰ ਰੈਗੂਲਰ ਜੌਬ ਲੱਗ ਗਈ ਹੈ। ਮਿਨੀਮਮ ਰਿਕੁਆਇਰਮੈਂਟ ਹੈ 3 ਮੰਥਸ ਆਫ ਜੌਬ। ਜੇ ਜੌਬ ਲੱਗੇ ਤੁਹਾਡੇ 3 ਮੰਥਸ ਹੋ ਚੁੱਕੇ ਨੇ, ਤੇ ਯੂਜੂਅਲੀ ਆਪਣੇ ਭਾਈ ਭੈਣ ਜਿਹੜੇ ਆਂਦੇ ਨੇ ਉਹ ਡਾਊਨ ਪੇਮੈਂਟ ਦੀ ਅਮਾਉਂਟ ਘਰੋਂ ਲੈ ਕੇ ਆਂਦੇ ਨੇ ਨਾਲ, ਉਹ ਸਪੋਰਟ ਉਹਨਾਂ ਕੋਲ ਅਵੇਲੇਬਲ ਹੁੰਦਾ ਹੈ। ਜੇ ਨਹੀਂ ਹੈ ਤੇ ਫਿਰ ਉਹ ਇੰਸ਼ੋਰੈਂਸ ਜਿਹੜੀ ਸਕੀਮ ਹੈ ਜਿਹਦੇ ਅੰਦਰ 5% ਡਾਊਨ ਪੇਮੈਂਟ ਨਾਲ ਵੀ ਉਹ ਮਾਰਗੇਜ ਲੈ ਸਕਦੇ ਨੇ, ਉਹ ਫੈਸਿਲਿਟੀਜ਼ ਵੀ ਸਾਡੇ ਕੋਲ ਅਵੇਲੇਬਲ ਨੇ। ਵਿਆਜ ਅਟਰੈਕਟਿਵ ਰੇਟ ਨੇ। ਸਭ ਤੋਂ ਵੱਡੀ ਗੱਲ ਹੈ ਟਰਸਟ। SBI ਦੀ ਟਰਸਟ, SBI ਕੈਨੇਡਾ ਦੀ ਟਰਸਟ, ਉਹ ਨਾਲ ਚੱਲਦੀ ਹੈ। ਅਸੀਂ ਜੋ ਕਹਿੰਦੇ ਆ
ਉਹੀ ਸਾਹਮਣੇ ਪੇਪਰ ਤੇ ਹੈ, ਕੋਈ ਫਾਈਨ ਪ੍ਰਿੰਟ ਨਹੀਂ, ਕੋਈ ਕਿਸੇ ਤਰ੍ਹਾਂ ਦੀ ਗੁੰਜਾਇਸ਼ ਨਹੀਂ ਹੈ ਕਿ ਜਿੱਥੇ ਪ੍ਰੋਬਲਮ ਅਸੀਂ ਕਸਟਮਰ ਨੂੰ ਕ੍ਰੀਏਟ ਕਰੀਏ। ਤੇ ਇਸ ਦਾ ਫਾਇਦਾ ਨਿਊ ਇਮੀਗ੍ਰੈਂਟ ਜ਼ਰੂਰ ਉਠਾਣ, ਔਰ ਬਾਕੀ ਜਿਹੜੇ ਪੁਰਾਣੇ ਰੈਜ਼ੀਡੈਂਟ ਨੇ, ਜਿਹੜੇ ਸੈੱਟ ਹੋ ਚੁੱਕੇ ਨੇ ਜਾਂ ਸਿਟੀਜ਼ਨਸ ਬਣ ਗਏ ਨੇ, ਉਹ ਵੀ ਜਦੋਂ ਉਹਨਾਂ ਨੂੰ ਨਵੇਂ ਮੌਰਗੇਜ ਦੀ ਲੋੜ ਹੈ ਜਾਂ ਰੀਫਾਈਨੈਂਸ ਬਾਰੇ ਗੱਲ ਕਰਨੀ ਹੈ, ਇੱਕ ਵਾਰੀ ਸਾਨੂੰ ਮਿਲਣ, ਸਾਡੇ ਕੋਲ ਇੱਕ ਵਾਰੀ ਗੱਲ ਕਰ ਲੈਣਗੇ, ਅਸੀਂ ਉਹਨਾਂ ਨੂੰ ਗਾਈਡ ਕਰ ਦਾਂਗੇ ਤੇ ਉਹ ਕੰਪੇਅਰ ਕਰ ਸਕਦੇ ਨੇ ਕਿਹਦਾ ਪ੍ਰੋਡਕਟ ਬੈਟਰ ਹੈ। ਮੈਂ ਹਮੇਸ਼ਾ ਕਹਿੰਦਾ XYZ ਬੈਂਕ ਕਿਤੇ ਮਰਜ਼ੀ ਤੁਸੀਂ ਬੈਂਕਿੰਗ ਕਰੋ, ਬੈਸਟ ਪ੍ਰੋਡਕਟ ਆਪਣੇ ਲਈ ਚੁਣੋ, ਬੈਸਟ ਪ੍ਰੋਡਕਟ ਨਾਲ ਆਪਣਾ ਅਕਾਊਂਟ ਬਿਲਡ ਅਪ ਕਰੋ। SBI ਕੈਨੇਡਾ ਬੈਂਕ ਦੇ ਵਿੱਚ ਹੋਰਨਾਂ ਬੈਂਕਾਂ ਵਾਂਗੂ ਇਹ ਵੀ ਸਹੂਲਤ ਹੈ ਕਿ ਜਿਹੜੇ ਹੁਣ ਜਿਵੇਂ ਬੱਚੇ ਆ ਰਹੇ ਆ ਜਾਂ ਕੋਈ ਨਿਊ ਇਮੀਗ੍ਰੈਂਟਸ ਆ ਰਹੇ ਆ, ਕਿਉਂਕਿ ਮੈਂ ਨਿਊ ਇਮੀਗ੍ਰੈਂਟਸ ਦੀ ਵਾਰ-ਵਾਰ ਇਸ ਲਈ ਜ਼ਿਕਰ ਕਰ ਰਿਹਾ ਕਿਉਂਕਿ ਆਉਣ ਸਾਰ ਪਤਾ ਨਹੀਂ ਹੁੰਦਾ ਕਿ ਅਸੀਂ ਕਿੱਧਰ ਨੂੰ ਜਾਈਏ, ਤੇ ਜੇ ਅਗਰ ਕੋਈ ਸਾਡਾ ਬਹੁਤ ਸਾਰੇ ਦਰਸ਼ਕ ਸੁਣ ਰਹੇ ਆ ਤਾਂ ਉਹਨਾਂ ਦੇ ਰਿਸ਼ਤੇਦਾਰ ਬਹੁਤ ਸਾਰੇ ਆ ਵੀ ਰਹੇ ਆ ਤਾਂ ਉਹ ਤੁਹਾਡੇ ਤੱਕ ਅਪਰੋਚ ਕਰਨ। SBI ਕੈਨੇਡਾ ਬੈਂਕ ਹੈ, ਇਹ ਲੋਕਰ ਦੀ ਸੁਵਿਧਾ ਵੀ ਉਪਲਬਧ ਕਰਦਾ, ਜੇ ਹੈ ਤਾਂ ਕੋਈ ਇਸ ਤਰ੍ਹਾਂ ਦੀ ਪਰੇਸ਼ਾਨੀ ਤਾਂ ਨਹੀਂ ਕਿ ਵੇਟਿੰਗ ਲਾਈਨ 'ਚ ਰਹਿਣਾ ਪੈਂਦਾ ਕਿਉਂਕਿ ਸਾਡੇ ਭਾਈਚਾਰੇ ਨੂੰ ਲੋਕਰ ਦੀ ਬੜੀ ਤੰਗੀ ਰਹਿੰਦੀ ਹੈ। ਕਰੈਕਟ, ਇਹ ਬਹੁਤ ਵੱਡਾ ਮਾਰਕੀਟਿੰਗ ਟੂਲ ਰਮਨ ਜੀ ਨੇ ਸਾਨੂੰ ਦਿੱਤਾ ਹੈ। ਲੋਕਰ ਦੀ ਫੈਸਿਲਿਟੀ ਸਾਡੇ ਕੋਲ ਅਵੇਲੇਬਲ ਹੈ, ਪਰ ਸਾਰੇ ਬਲੌਕਡ ਨੇ, ਵੇਟਿੰਗ ਲਿਸਟ ਬਣੀ ਹੋਈ ਹੈ। ਪਰ ਇਸ ਚੀਜ਼ ਤੋਂ ਕਲੂ ਲੈ ਕਰਕੇ ਅਸੀਂ ਆਪਣੀ ਲੋਕਰ ਦੀ ਕੈਪੈਸਿਟੀ ਨੂੰ ਇਨਕਰੀਜ਼ ਕਰ ਸਕਨੇ ਹਾਂ। ਮੈਂ ਤੁਹਾਨੂੰ ਅਪੀਲ ਵੀ ਕਰਨੀ ਸੀ, ਬਿਲਕੁਲ, ਕਿਉਂਕਿ ਸਾਡਾ ਭਾਈਚਾਰਾ ਤੁਹਾਡਾ ਪ੍ਰੋਗਰਾਮ ਦੇਖ ਰਿਹਾ, ਤੁਹਾਡੇ ਕੋਲੇ ਆਉਣਗੇ ਵੀ ਬਹੁਤ ਸਾਰੇ, ਪਰ ਉਹਨਾਂ ਨੂੰ ਲੋਕਰ ਦਾ ਹੋਣਾ ਬਹੁਤ ਜ਼ਰੂਰੀ ਹੈ। ਇੱਕ ਕਾਲ ਲੈ ਲਈਏ, ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਜਾਰੀ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ, ਮੈਂ ਪ੍ਰੋਗਰਾਮ ਦੇਖ ਰਹੀ ਸੀ ਤੁਹਾਡਾ ਜੀ। ਮੇਰਾ ਸਵਾਲ ਇਹ ਸੀਗਾ ਵੀ ਜੇ ਕਿਸੇ ਨੇ ਅਕਾਊਂਟ ਓਪਨ ਕੀਤਾ ਵਾ SBI ਦੇ ਨਾਲ ਜੀ, ਤੇ ਉਹ ਆਪਣੇ ਪਿੱਛੇ ਫੈਮਿਲੀ ਨੂੰ ਪੈਸੇ ਭੇਜਣਾ ਚਾਹੁੰਦੇ, ਜਿਵੇਂ ਆਪਾਂ ਵੈਸਟਰਨ ਯੂਨੀਅਨ ਥਰੂ ਭੇਜਦੇ ਆ ਜਾਂ ਮਨੀਗ੍ਰਾਮ ਥਰੂ ਭੇਜਦੇ ਆ, ਜੀ ਜੀ, ਬਾਕੀ ਬੈਂਕਸ ਕਾਫੀ ਚਾਰਜ ਕਰਦੇ ਆ, ਤਾਂ ਇਹਨਾਂ ਦਾ ਕੀ ਸਿਸਟਮ ਆ ਜੇ ਮਨੀ ਸਿੱਧੀ ਅਕਾਊਂਟ ਤੋਂ ਅਕਾਊਂਟ ਟ੍ਰਾਂਸਫਰ ਕਰਨੀ ਆ? ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਤੁਹਾਨੂੰ ਸਵਾਲ ਦੀ ਸਮਝ ਆ ਚੁੱਕੀ ਹੈ। ਬਿਲਕੁਲ ਤੇ ਜੀ, ਵੀ ਜੇ ਕਿਸੇ ਨੇ ਜਿਵੇਂ ਇੱਥੋਂ ਵੀ ਹਵਾਲਾ ਥਰੂ ਜਾਂ ਦੂਸਰੇ ਤਰੀਕੇ ਨਾਲ ਜਿਹੜੇ ਮਨੀਗ੍ਰਾਮ ਹੋਇਆ ਜਾਂ ਕਿਸੇ ਤਰੀਕੇ ਨਾਲ ਇੰਡੀਆ ਪੈਸੇ ਭੇਜੇ ਜਾਂਦੇ ਨੇ, ਆਪਣਾ ਬੈਂਕ ਵੀ ਇਹ ਸੇਵਾਵਾਂ ਦਿੰਦਾ। ਰਮਨ ਜੀ, ਸਭ ਤੋਂ ਪਹਿਲੇ ਮੈਂ ਮੈਡਮ ਦਾ ਧੰਨਵਾਦ ਕਰਨਾ ਚਾਹਾਂਗਾ। ਇਹ ਬਹੁਤ ਹੀ ਵੈਲਿਡ ਪੁਆਇੰਟ ਸੀ ਜਿਹੜਾ ਅਸੀਂ ਮਿਸ ਕਰ ਗਏ ਸੀ। ਦੂਜੀ ਗੱਲਾਂ 'ਚ ਅਸੀਂ ਕਨਸੈਂਟਰੇਟ ਕਰ ਰਹੇ ਸੀ, ਪਰ ਇੱਕ ਇੰਪੋਰਟੈਂਟ ਪੁਆਇੰਟ ਨੂੰ ਅਸੀਂ ਕਵਰ ਨਹੀਂ ਕੀਤਾ। ਮੈਡਮ, ਥੈਂਕ ਯੂ ਵੈਰੀ ਮਚ। ਰੈਮਿਟੈਂਸ ਵਰਡ ਯੂਜ਼ ਕਰਨੇ ਆ ਅਸੀਂ ਜਦੋਂ ਸਾਨੂੰ ਕੈਨੇਡਾ ਤੋਂ ਪੈਸਾ ਇੰਡੀਆ ਭੇਜਣਾ ਹੈ ਜੀ। ਪੂਰੀ ਫੈਸਿਲਿਟੀ ਸਾਡੇ ਕੋਲ ਅਵੇਲੇਬਲ ਹੈ। ਚਾਰजेस ਬਾਰੇ ਜੇ ਤੁਸੀਂ ਗੱਲ ਕਰੋ, ਸਾਡਾ 3 ਮੋਡਸ ਨਾਲ ਤੁਸੀਂ ਪੈਸਾ ਇੰਡੀਆ ਭੇਜ ਸਕਦੇ ਹੋ। ਤੁਸੀਂ ਬੈਂਕ 'ਚ ਆ ਕਰਕੇ ਓਵਰ ਦਾ ਕਾਊਂਟਰ ਟ੍ਰਾਂਜੈਕਸ਼ਨ ਕਰ ਸਕਦੇ ਹੋ, ਤੁਸੀਂ ਆਪਣੇ ਲੈਪਟਾਪ ਰਾਹੀਂ ਇੰਟਰਨੈਟ ਬੈਂਕਿੰਗ ਕਰ ਸਕਦੇ ਹੋ, ਜਾਂ ਮੋਬਾਈਲ ਫੋਨ ਯੂਜ਼ ਕਰਕੇ ਮੋਬਾਈਲ ਐਪ ਨਾਲ ਪੈਸਾ ਭੇਜ ਸਕਦੇ ਹੋ। ਜੇ ਤੁਸੀਂ ਮੋਬਾਈਲ ਐਪ ਯੂਜ਼ ਕਰਦੇ ਹੋ, ਚਾਰजेस 0 ਤੇ ਨਾਲੇ 5 ਪੈਸੇ ਪਰ ਡਾਲਰ ਦਾ ਰੇਟ ਵੀ ਹਾਈਕ ਮਿਲਦੀ ਹੈ। ਜੇ ਤੁਸੀਂ ਲੈਪਟਾਪ ਰਾਹੀਂ ਭੇਜਦੇ ਹੋ ਇੰਟਰਨੈਟ ਬੈਂਕਿੰਗ, ਚਾਰजेस ਨੇ $5 ਤੇ ਉਹਦੇ 'ਚ ਵੀ 5 ਪੈਸੇ ਦੀ ਤੁਹਾਨੂੰ ਅਪਗ੍ਰੇਡ ਮਿਲਦੀ ਹੈ ਰੇਟ ਤੇ ਪ੍ਰੀਮੀਅਮ। ਜੇ ਓਵਰ ਦਾ ਕਾਊਂਟਰ ਟ੍ਰਾਂਜੈਕਸ਼ਨ ਕਰਦੇ ਹੋ ਤੇ ਸਾਡੇ ਚਾਰजेस ਨੇ $10 ਪਰ ਟ੍ਰਾਂਜੈਕਸ਼ਨ। ਇਹਦੇ 'ਚ ਕੋਈ ਲਿਮਿਟ ਨਹੀਂ ਹੈ, ਤੁਸੀਂ $1 ਤੋਂ ਲੈ ਕਰਕੇ ਮਿਲੀਅਨਸ ਵੀ ਭੇਜੋਗੇ, ਸਾਡੇ ਚਾਰजेस ਇਹੀ ਰਹਿਣਗੇ। ਤੇ ਸੀਨੀਅਰ ਸਿਟੀਜ਼ਨ ਲਈ ਨਾਲੇ ਹੋਰ ਡਿਸਕਾਊਂਟ ਹੈ। ਜੇ ਏਜ ਆਫ ਸੈਂਡਿੰਗ ਪਰਸਨ ਇਜ਼ ਮੋਰ ਦੈਨ 65 ਇਅਰਸ, 65 ਸਾਲ ਤੋਂ ਉੱਪਰ ਕਿਸੇ ਦੀ ਉਮਰ ਹੈ, ਤੇ ਉਹਨਾਂ ਨੂੰ ਅਸੀਂ ਸਿਰਫ $7 ਚਾਰਜ ਕਰਨੇ ਆ ਬੈਂਕ ਦੇ ਅੰਦਰ। ਦੂਸਰਾ ਇੰਪੋਰਟੈਂਟ ਪੁਆਇੰਟ ਇਹ ਹੈ ਕਿ SBI ਤੋਂ ਜਾਂ SBI ਤੋਂ ਕਿਸੇ ਵੀ ਇੰਡੀਅਨ ਬੈਂਕ 'ਚ ਤੁਸੀਂ ਪੈਸਾ ਭੇਜ ਸਕਦੇ ਹੋ ਜੀ। ਸਿਰਫ ਅਕਾਊਂਟ ਨੰਬਰ, IFSC ਕੋਡ, ਬੈਨੀਫੀਸ਼ੀਅਰੀ ਦਾ ਨਾਂ, ਜਿਨ੍ਹਾਂ ਨੇ ਪੈਸੇ ਲੈਣਾ ਹੈ ਉਹਨਾਂ ਦਾ ਨਾਂ ਤੇ ਐਡਰੈਸ, ਇਹ 4 ਇਨਫੋਰਮੇਸ਼ਨ ਸਾਨੂੰ ਚਾਹੀਦੀਆਂ ਨੇ। ਉਹਦੇ ਬੇਸ ਤੇ ਅਸੀਂ ਇਸ ਪੈਸੇ ਨੂੰ ਟ੍ਰਾਂਸਫਰ ਕਰਨੇ ਆ। ਅੱਜ ਦੀ ਡੇਟ 'ਚ ਜੇ ਤੁਸੀਂ ਪੈਸਾ ਭੇਜਣਾ ਹੈ ਤੇ ਸਾਡੇ ਬੈਂਕ 'ਚ ਅਕਾਊਂਟ ਹੋਣਾ ਜ਼ਰੂਰੀ ਹੈ। ਤੁਸੀਂ ਆਓ, ਤੁਹਾਡਾ ਅਕਾਊਂਟ ਵੀ ਨਾਲ ਅਸੀਂ ਖੋਲਾਂਗੇ ਤੇ ਇਸ ਚੀਜ਼ ਦੀ ਹੋਰ ਵੀ ਡਿਟੇਲਸ ਤੁਹਾਨੂੰ ਦੇ ਸਕਨੇ ਆ। ਮੈਨੂੰ ਕਸਟਮਰਸ ਨੇ ਇਸ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਦਿੱਤੀ ਹੈ ਕਿ ਇੱਥੇ ਟ੍ਰਾਂਜੈਕਸ਼ਨ ਕਰਕੇ ਉਹ ਕਰ ਗਏ ਨੇ ਤੇ ਉਹਨਾਂ ਨੂੰ ਮੈਸੇਜ ਵੀ ਆ ਗਿਆ ਕਿ ਕਾਰ 'ਚ ਉਹਨਾਂ ਦੇ ਅਕਾਊਂਟ 'ਚ ਪੈਸੇ ਕ੍ਰੈਡਿਟ ਵੀ ਹੋ ਗਏ ਨੇ। ਸੋ ਵੋਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਬੜੀ ਜਿਹੜੀ ਜਾਣਕਾਰੀ, ਮੈਂ ਸਮਝਦਾ ਵੀ ਕਈ ਗੱਲਾਂ ਤਾਂ ਸ਼ਾਇਦ ਮੈਨੂੰ ਵੀ ਨਹੀਂ ਪਤਾ ਹੋਣਾ। ਬੈਂਕਿੰਗ ਬਾਰੇ ਹੋਰ ਵੀ ਬਹੁਤ ਸਾਰੇ ਸਵਾਲ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਫਿਰ ਸੱਦਾ ਪੱਤਰ ਦੇਵਾਂਗੇ, ਤੁਸੀਂ ਸਟੂਡੀਓ ਵਿੱਚ ਆ ਕੇ ਬੈਂਕਿੰਗ ਨਾਲ ਰਿਲੇਟਡ ਕਿਹੜੀਆਂ-ਕਿਹੜੀਆਂ ਗੱਲਾਂ ਦਾ ਸਾਨੂੰ ਹੋਰ ਧਿਆਨ ਰੱਖਣਾ ਚਾਹੀਦਾ ਉਹਦੇ ਬਾਰੇ ਅਸੀਂ ਚਰਚਾ ਕਰਾਂਗੇ। ਆਪਣਾ ਫੋਨ ਨੰਬਰ ਜਾਂ ਤੁਹਾਨੂੰ ਕਿਸੇ ਤਰੀਕੇ ਨਾਲ ਕੋਈ ਤੁਹਾਨੂੰ ਮਿਲਣਾ ਚਾਹੁੰਦਾ ਹੈ, ਪ੍ਰੋਗਰਾਮ ਤੋਂ ਬਾਅਦ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦਾ, ਤੁਹਾਡਾ ਫੋਨ ਨੰਬਰ ਜਾਂ ਕਿਹੜਾ ਕੋਈ ਲਿੰਕ ਦੇ ਜਿਹਦੇ ਨਾਲ ਤੁਹਾਨੂੰ ਕੋਈ ਰੀਚ ਕਰ ਸਕੇ। ਰਮਨ ਜੀ, ਸਭ ਤੋਂ ਪਹਿਲੇ ਮੈਂ ਦਰਸ਼ਕਾਂ ਦਾ ਧੰਨਵਾਦ ਦੇਣਾ ਚਾਹਾਂਗਾ ਕਿਉਂਕਿ ਉਹਨਾਂ ਨੇ ਬੜੇ ਪੇਸ਼ੈਂਸ ਨਾਲ ਸੁਣਿਆ।
ਸਵਾਲ ਵੀ ਪੁੱਛਿਆ, ਇਹਦਾ ਮਤਲਬ ਉਹਨਾਂ ਨੂੰ ਇਸ ਚੀਜ਼ ਦੀ ਸਮਝ ਵੀ ਆ ਰਹੀ ਸੀ ਅਸੀਂ ਕੀ ਗੱਲ ਕਰ ਰਹੇ ਸੀ ਜੀ। ਮੈਂ ਈਮੇਲ ਆਈਡੀ ਮੇਰਾ ਨੋਟ ਕਰ ਲਓ, ਕਈ ਵਾਰੀ ਫੋਨ ਅਸੀਂ ਨਹੀਂ ਰਿਸੀਵ ਕਰ ਸਕਦੇ। A ਵੋਹਰਾ, A ਮੇਰਾ ਫਰਸਟ ਨੇਮ ਹੈ ਅਨੁਜ, A V ਫॉर ਵਿਕਟਰੀ, O ਫॉर ऑरेंज, H फॉर होटल, R फॉर राम, A फॉर अनुज, A वोहरा @sbicanada.com। ਇਹ ਸਾਡਾ ਈਮੇਲ ਆਈਡੀ ਹੈ। ਤੁਸੀਂ ਜੇ ਕਾਲ ਕਰਨਾ ਚਾਹੋ ਤੇ ਮੈਂ ਬਰੈਂਪਟਨ ਬ੍ਰਾਂਚ ਹੈਡ ਕਰਨਾ। ਬਰੈਂਪਟਨ ਬ੍ਰਾਂਚ ਦਾ ਮੈਂ ਤੁਹਾਨੂੰ ਡਾਇਰੈਕਟ ਲਾਈਨ ਨੰਬਰ ਦੇ ਰਿਹਾ 9058747186। ਮੈਂ ਰਿਪੀਟ ਕਰਨਾ 9058747186, 9058747186। ਬਹੁਤ ਬਹੁਤ ਸ਼ੁਕਰੀਆ ਵੋਰਾ ਸਾਹਿਬ, ਤੁਸੀਂ ਸਟੂਡੀਓ ਦੇ ਵਿੱਚ ਆਏ ਤੇ ਵਧੀਆ ਸੋਹਣੀ ਜਾਣਕਾਰੀ ਦਿੱਤੀ। ਤਾਂ ਅੱਗੇ ਵੀ ਫਿਰ ਅਸੀਂ ਤੁਹਾਨੂੰ ਸੱਦਾ ਪੱਤਰ ਦੇਣਾ। ਰਮਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਬੜੇ ਪੇਸ਼ੈਂਸ ਨਾਲ ਤੇ ਬੜੇ ਸੋਹਣੇ ਕੁਐਸਚਨ ਪੁੱਛੇ ਤੇ ਸਾਨੂੰ ਵੀ ਮੌਕਾ ਮਿਲਿਆ ਦਰਸ਼ਕਾਂ ਨਾਲ ਜੁੜਨ ਦਾ। ਧੰਨਵਾਦ। ਸੋ ਦਰਸ਼ਕੋ ਤੁਹਾਡਾ ਵੀ ਸ਼ੁਕਰੀਆ। ਇੱਕ ਬ੍ਰੇਕ ਤੋਂ ਬਾਅਦ ਅਸੀਂ ਜਲਦੀ ਪਰਦੇ ਕਿਤੇ ਜਾਇਓ ਨਾ, ਇੱਕ ਬ੍ਰੇਕ ਲੈ ਲਈ। ਧੰਨਵਾਦ।